ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਰ। ਤਰੋ ਤਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਇਮ ਸੰਗਤ ਕੋ ਦੇ ਉਪਦੇਸ ਸਭ ਸਿੱਖਣ ਕੇ ਹਤੇ ਕਲੇਸ। ਕੇਤਿਕ ਕਾਲ ਤਹਿ ਬਸੇ ਕਿਰਪਾਲ। ਕਿਰਪਾ ਦ੍ਰਿਸ਼ਟੇ ਕਰੇ ਨਿਹਾਲ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਪਿਆਰ ਅਦਬ ਭਾਵਨਾ ਸਹਿਤ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਕੇ ਜੀਵਨ ਬਿਰਤਾਂਤਾਂ ਦੇ ਨਾਲ ਜੁੜਨ ਦਾ ਆਪਾਂ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨਾਂ ਅੰਦਰ ਜੋ ਇਤਿਹਾਸ ਆਪ ਸੰਗਤ ਸਰਵਣ ਕਰਦੇ ਆ ਰਹੇ ਹੋ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਕਿ ਢਾਕੇ ਦੀ ਧਰਤੀ ਤੇ ਪਹੁੰਚੇ ਸਨ। ਬੇਅੰਤ ਸੰਗਤਾਂ ਨੇ ਮਹਾਰਾਜ ਜੀ ਕੇ ਆਉਣ ਤੇ ਖੁਸ਼ੀ ਪ੍ਰਗਟ ਕੀਤੀ ਹੈ। ਦਰਸ਼ਨ ਕਰਨ ਦੇ ਲਈ ਸਾਰੇ ਇਲਾਕੇ ਦੀਆਂ ਬੇਅੰਤ ਸੰਗਤਾਂ ਇਕੱਤਰ ਹੋ ਕੇ ਬੇਅੰਤ ਭੇਟਾਵਾਂ ਲੈ ਕੇ ਮਹਾਰਾਜ ਨੂੰ ਸਤ ਅਰਪਿਤ ਕਰਦੇ ਹਨ, ਦਰਸ਼ਨ ਕਰਦੇ ਹਨ, ਬਖਸ਼ਿਸ਼ਾਂ ਆਸੀਸਾਂ ਲੈਂਦੇ ਹਨ। ਇੱਥੋਂ ਦਾ ਮੁਖੀ ਮੁਸੰਦ ਭਾਈ ਬੁਲਾਕੀ ਦਾਸ
ਉਸਨੇ ਵੀ ਮਹਾਰਾਜ ਜੀਆਂ ਤੋਂ ਬੜੀਆਂ ਬਖਸ਼ਿਸ਼ਾਂ ਲਈਆਂ। ਭਾਈ ਬਲਾਕੀ ਦਾਸ ਦੇ ਮਾਤਾ ਜੀਆਂ ਨੇ ਮਹਾਰਾਜ ਕੀ ਬੜੀ ਸੇਵਾ ਕੀਤੀ। ਸੋ ਇਸ ਵਿਧ ਕੁਝ ਸਮਾਂ ਰੁਕਣ ਤੋਂ ਉਪਰੰਤ ਹੁਣ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਤੋਂ ਅੱਗੇ ਜਾਣ ਦੇ ਲਈ ਤਿਆਰ ਹੋਏ ਨੇ। ਜਿਵੇਂ ਮਹਾਰਾਜ ਹੁਣ ਇਸ ਸਥਾਨ ਤੋਂ ਅੱਗੇ ਤਿਆਰੀ ਕਰ ਰਹੇ ਨੇ, ਜੋ ਮਨੋਰਥ ਪ੍ਰਗਟ ਕੀਤਾ ਹੈ ਕਿ ਹੁਣ ਇਸ ਤੋਂ ਅਗਲੇ ਹੋਰ ਕੁਝ ਦੇਸ਼ਾਂ ਦੇ ਅੰਦਰ ਮਹਾਰਾਜ ਨੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਸੰਗਤਾਂ ਨੂੰ ਦਰਸ਼ਨ ਬਖਸ਼ਣੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ, ਸ਼੍ਰੀ ਸਤਿਗੁਰੂ ਕੋ ਦੇ ਉਪਦੇਸ਼ ਸਭ ਸਿੱਖਣ ਕੇ ਹਤੇ ਕਲੇਸ਼। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਢਾਕੇ ਦੀ ਪਾਵਨ ਧਰਤੀ ਤੇ ਬੈਠ ਕਰਕੇ ਬੇਅੰਤ ਆਪਣੇ ਮੁਖ ਤੋਂ ਐਸੇ ਉਪਦੇਸ਼ ਬਖਸ਼ਿਸ਼ ਕੀਤੇ ਆਪਣਿਆਂ ਸਿੱਖਾਂ ਨੂੰ, ਜਿਨ੍ਹਾਂ ਉਪਦੇਸ਼ਾਂ ਨੂੰ ਸੁਣ ਕੇ ਤੇ ਜੀਵਨ ਅੰਦਰ ਧਾਰਨ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਸਿੱਖਾਂ ਦੇ ਜੀਵਨ ਦੇ ਦੁੱਖ ਕਲੇਸ਼ ਆਦਿਕ ਮਿਟ ਜਾਂਦੇ ਹਨ, ਮੁੱਕ ਗਏ ਹਨ। ਕਿਤੇ ਕਾਲ ਤੈ ਵਸੇ ਕਿਰਪਾਲ। ਕੁਝ ਸਮਾਂ ਮਹਾਰਾਜ ਇਸ ਦੇਸ਼ ਅੰਦਰ ਇਸ ਨਗਰ ਵਿੱਚ ਇੱਥੇ ਵਸੇ ਸਨ। ਕਿਰਪਾ ਦ੍ਰਿਸ਼ਟ ਤੇ ਕਰੇ ਨਿਹਾਲ। ਆਪਣੀ ਸੰਗਤ ਤੇ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ, ਕਿਉਂਕਿ ਇਤਿਹਾਸ ਸਾਨੂੰ ਦੱਸਦਾ ਹੈ ਸੰਗਤ ਦਾ ਪ੍ਰੇਮ ਵੇਖ ਕਰਕੇ ਮਹਾਰਾਜ ਨੇ ਇਹ ਬਚਨ ਕਹੇ ਸਨ ਕਿ ਭਾਈ ਢਾਕਾ ਸਾਡੀ ਸਿੱਖੀ ਦਾ ਕੋਠਾ ਹੈ, ਇੱਥੇ ਬੜੇ ਪਿਆਰ ਵਾਲੇ ਸਿੱਖ ਵਸਦੇ ਨੇ। ਸੋ ਇਸ ਵਿਧ ਮਹਾਰਾਜ ਨੇ ਆਪਣੇ ਮੁਖ ਤੋਂ ਸੰਗਤਾਂ ਨੂੰ ਅਸੀਸਾਂ ਬਖਸ਼ਿਸ਼ ਕਰਨੇ ਹਾਲ ਕੀਤਾ ਹੈ ਜੀ। ਹੁਣ ਹੈ ਕੂਚ ਕਰਬੇ ਕੀ ਤਿਆਰੀ। ਹੁਣ ਇਸ ਦੇਸ਼ ਤੋਂ ਇਸ ਨਗਰ ਤੋਂ ਅਗਲੇ ਹੋਰ ਨਗਰਾਂ ਦੇ ਵਿੱਚ ਜਾਣ ਦੇ ਲਈ ਮਹਾਰਾਜ ਜੀ ਸਾਰੀ ਤਿਆਰੀ ਜਿਵੇਂ ਪਹਿਲੇ ਕਰਕੇ ਤੁਰਦੇ ਹਨ, ਚੱਲਣ ਲੱਗੇ ਹਨ। ਆਇਸ ਦਾਸਨ ਪਾਸ ਉਚਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਜਿਹੜੇ ਸੇਵਕ ਹਨ, ਦਾਸ ਹਨ, ਜਿਨ੍ਹਾਂ ਨੇ ਇੱਥੇ ਅਸੀਸਾਂ ਲਈਆਂ ਹਨ, ਜਿਸ ਵਕਤ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਅੱਗੇ ਜਾ ਰਹੇ ਹਨ, ਆ ਕਰਕੇ ਅਰਜ ਕਰਦੇ ਹਨ, ਸੁਨ ਕਰ ਮਾਤ ਬੁਲਾਕੀ ਦਾਸ। ਤੇ ਇਸੇ ਸਥਾਨ ਤੇ ਹੀ ਸਤਿਗੁਰੂ ਕੇ ਸਾਥ ਅਨਨ ਪਿਆਰ ਕਰਨ ਵਾਲੀ ਮਾਤਾ ਬੁਲਾਕੀ ਦਾਸ ਦੀ ਮਾਤਾ, ਉਹ ਵੀ ਸੁਣ ਕਰਕੇ ਦੌੜ ਕਰਕੇ ਮਹਾਰਾਜ ਕੀ ਹਜ਼ੂਰੀ ਵਿੱਚ ਆਈ, ਬੇਨਤੀ ਕਰਨ ਲੱਗੀ ਹੈ ਜੀ। ਆਈ ਤੁਰੰਤ ਗੁਰੂ ਕੇ ਪਾਸ। ਸੁਣਦਿਆਂ ਹੀ ਤੁਰਤ ਦੌੜ ਕਰਕੇ ਮਹਾਰਾਜ ਕੀ ਹਜ਼ੂਰੀ ਵਿੱਚ ਆ ਗਈ ਹੈ। ਮਹਾਰਾਜ ਕੇ ਦਰਸ਼ਨ ਕੀਤੇ ਹਨ, ਫਿਰ ਬੇਨਤੀ ਕਰ ਰਹੀ ਹੈ, ਕਰਤ ਪ੍ਰੇਮ ਪੰਕਜ ਪਗ ਪਰੀ। ਬੜੇ ਪ੍ਰੇਮ ਦੇ ਨਾਲ, ਜਿਵੇਂ ਮਾਤਾ ਜੀ ਦਾ ਪਹਿਲੇ ਵੀ ਜ਼ਿਕਰ ਆਇਆ ਸੀ ਨਾ ਪਿਛਲੇ ਦੀਵਾਨਾਂ ਵਿੱਚ, ਆਪ ਸੰਗਤ ਦੇ ਨਾਲ ਇਤਿਹਾਸ ਸਾਂਝਾ ਕੀਤਾ ਸੀ। ਮਾਤਾ ਜੀ ਨੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਇੱਕ ਪਲੰਗ ਤਿਆਰ ਕਰਵਾਇਆ ਹੋਇਆ ਸੀ। ਕੁਝ ਬੇਸ਼ਕੀਮਤੀ ਬਹੁਮੁੱਲੇ ਵਸਤਰ ਖਰੀਦ ਕੇ ਰੱਖੇ ਹੋਏ ਸਨ, ਤੇ ਦਿਲੇ ਮਨਸ਼ਾ ਇਹ ਸੀ ਵੀ ਇਹ ਜਿਹੜੇ ਵਸਤਰ ਹਨ ਇਹ ਹੱਥੀਂ ਸੀ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਤਨ ਤੇ ਪਾਉਣੇ ਹਨ। ਤੇ ਇਹ ਜਿਹੜਾ ਪਲੰਗ ਹੈ ਇਹਦੇ ਤੇ ਕੇਵਲ ਗੁਰਦੇਵ ਹੀ ਵਿਰਾਜਮਾਨ ਹੋ ਸਕਦੇ ਨੇ, ਹੋਰ ਕਿਸੇ ਨੂੰ ਉੱਥੇ ਬਹਿਣ ਨਹੀਂ ਦਿੰਦੇ ਸਨ। ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਉਸ ਪਲੰਗ ਦੇ ਪਾਸ ਬਹਿ ਜਾਂਦੇ ਸਨ ਥੱਲੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਆਰਾਧਦੇ ਸਨ, ਯਾਦ ਕਰਦੇ ਸਨ। ਇਸੇ ਪ੍ਰੇਮ ਦੇ ਖਿੱਚੇ ਹੋਏ ਮਹਾਰਾਜ ਉਸ ਸਥਾਨ ਤੇ ਜਾ ਕੇ ਦਰਸ਼ਨ ਦਿੰਦੇ ਹਨ। ਸੋ ਉਹੀ ਪ੍ਰੇਮ ਹੈ ਮਾਤਾ ਜੀ ਕੇ ਅੰਦਰ। ਹੁਣ ਜਿਸ ਵਕਤ ਪਤਾ ਲੱਗਾ ਹੈ ਕਿ ਇਸ ਦੇਸ਼ ਤੋਂ ਮਹਾਰਾਜ ਅੱਗੇ ਜਾ ਰਹੇ ਹਨ, ਪ੍ਰੇਮ ਸਹਿਤ ਫਿਰ ਦਰਸ਼ਨ ਕਰਕੇ ਬੇਨਤੀ ਕਰ ਰਹੀ ਹੈ, ਜੁਗਲ ਬਲੋਚਨ ਆਸੂ ਚਰੀ। ਭਾਈ ਸਾਹਿਬ ਜੀ ਦੱਸਦੇ ਨੇ ਜੁਗਲ ਵਿਲੋਚਨ, ਦੋਹਾਂ ਨੇਤਰਾਂ ਦੇ ਅੰਦਰੋਂ ਅਥਰੂਆਂ ਦੀ, ਆਸ਼ੂਆਂ ਦੀ, ਭਾਵ ਜਿਵੇਂ ਨੀਰ ਵਗਦਾ ਹੈ, ਹੰਝੂਆਂ ਦੀ ਝੜੀ ਲੱਗੀ ਹੋਈ ਹੈ। ਹੇ ਪ੍ਰਭੂ ਸੁਨੋ ਕੂਚ ਮੈਂ ਆਈ। ਆ ਕੇ ਬੇਨਤੀ ਕਰ ਰਹੀ ਹੈ ਕਿ ਪ੍ਰਭੂ ਗਰੀਬ ਨਿਵਾਸ ਸਤਿਗੁਰੂ ਆਪ ਜੀ ਜਾ ਰਹੇ ਹੋ। ਮੈਨੂੰ ਜਿਵੇਂ ਪਤਾ ਲੱਗਿਆ ਹੈ ਮੈਂ ਉਸੇ ਵਕਤ ਦੌੜ ਕੇ ਆਪ ਕੀ ਹਜ਼ੂਰੀ ਅੰਦਰ ਪਹੁੰਚੀ ਹਾਂ। ਔਰ ਜੈਸੇ ਅਪਲਖ ਬਸਾਈ। ਔਰ ਜੈਸੇ ਭਾਵ ਇਸ ਹਿਰਦੇ ਵਿੱਚ ਜਿਹੜੀ ਇੱਛਾ ਸੀ, ਮਹਾਰਾਜ ਆਪ ਜੀ ਨੂੰ ਪਹਿਲੇ ਵੀ ਅਰਜ਼ ਕੀਤੀ ਹੈ, ਬੇਨਤੀ ਕੀਤੀ ਸੀ ਮਾਤਾ ਜੀ ਨੇ। ਸੋ ਹੁਣ ਵੀ ਉਹੀ ਇੱਛਾ ਲੈ ਕਰਕੇ ਆਪ ਜੀ ਕੀ ਪਰਮ ਪਵਿੱਤਰ ਹਜ਼ੂਰੀ ਅੰਦਰ ਆਈ ਹਾਂ ਜੀ। ਸੋ ਮੈਂ ਜਾਚੀ ਰਾਵਰ ਪਾਸ। ਕੋਈ ਜਾਚਨਾ ਮਹਾਰਾਜ ਆਪ ਜੀ ਕੇ ਚਰਨਾਂ ਵਿੱਚ ਇਸ ਗਰੀਬ ਦਾਸਨੀ ਨੇ ਕੀਤੀ ਹੈ, ਉਹੀ ਜਾਚਨਾ ਹੁਣ ਕਰ ਰਹੀ ਹਾਂ ਜੀ। ਨਿਤ ਦਰਸ਼ਨ ਮੁਝ ਦੇਹੋ ਪ੍ਰਕਾਸ਼। ਜਾਚਨਾ ਇਹ ਹੈ ਕਿ ਨਿਤ ਆਪ ਜੀ ਕਾ ਇਦਾਂ ਹੀ ਦੀਦਾਰ ਹੋਵੇ, ਸਰੂਪ ਕਰਕੇ, ਜਿਵੇਂ ਪ੍ਰਤੱਖ ਰੂਪ ਵਿੱਚ
ਗੁਰੂ ਦਾ ਦੀਦਾਰ ਹੋ ਰਿਹਾ ਨਾ, ਬਸ ਇਸੇ ਤਰ੍ਹਾਂ ਨਿਤਾ ਪ੍ਰਤ ਰੋਜ਼ ਆਪ ਜੀ ਕਹਿੰਨਾ ਨੇਤਰਾਂ ਨਾਲ ਇਸੇ ਤਰ੍ਹਾਂ ਹੀ ਦਰਸ਼ਨ ਹੋਵੇ ਜੀ। ਮੋਰ ਮਨੋਰਥ ਪੂਰਨ ਕੀਜੈ, ਮੇਰਾ ਇਹ ਮਨੋਰਥ, ਮੇਰੀ ਇਹ ਇੱਛਾ ਪੂਰੇ ਕਰ ਦੇਵੋ। ਵੈਸੇ ਤਾਂ ਪਿੱਛੇ ਵੀ ਪ੍ਰਸੰਗ ਵਿੱਚ ਜ਼ਿਕਰ ਆਇਆ ਸੀ, ਮਹਾਰਾਜ ਨੇ ਕਿਹਾ ਸੀ, ਮਾਂ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੋਜ਼ਾਨਾ ਦੀ ਤਰ੍ਹਾਂ ਇਸੇ ਥਾਂ ਤੇ ਬਹਿ ਕੇ ਸਾਨੂੰ ਯਾਦ ਕਰੋਗੇ ਤੇ ਮੇਰਾ ਦੀਦਾਰ ਹੋ ਜਾਏਗਾ, ਅਸੀਂ ਤੁਹਾਨੂੰ ਬਖਸ਼ਿਸ਼ ਦਿੰਦੇ ਹਾਂ। ਫਿਰ ਇੱਕ ਵਾਰ ਤੋਂ ਮਾਤਾ ਜੀ ਨੇ ਆਪਣੀ ਇੱਛਾ ਇੱਥੇ ਪ੍ਰਗਟ ਕੀਤੀ ਹੈ ਜੀ। ਸ਼੍ਰੀ ਸਤਿਗੁਰ ਸਦ ਇਹਾਂ ਬਸੀਜੈ, ਨਾਲ ਬੇਨਤੀ ਕਰ ਰਹੇ ਨੇ ਮਾਤਾ ਜੀ ਕਿ ਸ਼੍ਰੀ ਸਤਿਗੁਰੂ ਆਪ ਕਿਰਪਾ ਕਰੋ ਜੇ ਹੁਣ ਇਸੇ ਸਥਾਨ ਤੇ ਹੀ ਪੱਕਾ ਆਪਣਾ ਡੇਰਾ ਲਾ ਲਓ, ਇਸੇ ਸਥਾਨ ਤੇ ਹੀ ਆਪ ਜੀ ਠਹਿਰ ਜਾਓ, ਤਾਂ ਜੋ ਅਸੀਂ ਸਿੱਖ ਇਸੇ ਤਰ੍ਹਾਂ ਭਾਵਨਾ ਪਿਆਰ ਸਹਿਤ ਆਪ ਜੀ ਕੇ ਦੀਦਾਰ ਪਾਉਂਦੇ ਰਹੀਏ, ਆਪ ਜੀ ਕੇ ਚਰਨਾਂ ਦੀ ਟਹਿਲ ਸੇਵਾ ਕਰਕੇ ਸਾਡਾ ਜੀਵਨ ਸਫਲ ਹੋ ਜਾਏ। ਸੁਨ ਕਰ ਕਯੋ ਪ੍ਰੇਮ ਬਹੁ ਤੇਰੇ, ਫਿਰ ਮਹਾਰਾਜ ਨੇ ਜਿਸ ਵਕਤ ਮਾਤਾ ਜੀ ਦੇ ਇਹ ਬਚਨ ਸੁਨੇ ਹਨ, ਫਿਰ ਆਪਣੇ ਪਵਿੱਤਰ ਮੁਖ ਤੋਂ ਸਤਿਗੁਰਾਂ ਨੇ ਇਹ ਬਚਨ ਕਹਿਣ ਲੱਗੇ, ਮਾਂ ਜੀ ਸੱਚ ਹੈ ਕਿ ਆਪ ਜੀਆਂ ਦੇ ਹਿਰਦੇ ਵਿੱਚ ਸਾਡੇ ਪ੍ਰਤੀ ਅਥਾਹ ਪ੍ਰੇਮ ਹੈ, ਤਿਸ ਤੇ ਹਮ ਆਏ ਘਰ ਤੇਰੇ, ਤੇ ਆਪ ਜੀ ਕੇ ਹਿਰਦੇ ਦਾ ਇਹ ਪ੍ਰੇਮ ਹੀ ਸਾਨੂੰ ਤੁਹਾਡੇ ਤੱਕ ਖਿੱਚ ਕੇ ਲੈ ਕੇ ਆਇਆ ਹੈ। ਉਸੇ ਪ੍ਰੇਮ ਦੇ ਅਧੀਨ ਹੀ ਅਸੀਂ ਦੂਰ ਦੇਸ਼ ਤੋਂ ਚੱਲ ਕੇ ਆਪ ਜੀ ਕੇ ਘਰ, ਆਪ ਜੀ ਕੇ ਇੱਥੇ ਦਰਸ਼ਨ ਕਰਨ ਪਹੁੰਚੇ ਹਾਂ। ਬ੍ਰਿਧ ਭਈ ਬਹਿ ਗਈ ਬਤੀਤ, ਪਰੰਤੂ ਹੁਣ ਨਾ ਜੇ ਸਮੇਂ ਮੁਤਾਬਕ ਵੇਖਿਆ ਜਾਵੇ ਤੇ ਬਿਰਧ ਅਵਸਥਾ ਵਿੱਚ ਤੁਸੀਂ ਵੀ ਪਹੁੰਚ ਚੁੱਕੇ ਹੋ। ਬਿਰਧ ਹੋ ਗਿਆ ਤਨ, ਜਿਵੇਂ ਇਸ ਤਨ ਦੀਆਂ 3 ਅਵਸਥਾਵਾਂ ਨੇ ਨਾ ਪਵਿੱਤਰ ਬਾਣੀ ਅੰਦਰ ਆਪਾਂ ਪੜ੍ਹਦੇ ਹਾਂ, ਬਾਲ ਜਵਾਨੀ ਬਿਰਧ ਫੁਨ 3 ਅਵਸਥਾ ਜਾਨ। ਹੁਣ ਤੁਸੀਂ ਵੀ ਜੀਵਨ ਦੇ ਤੀਸਰੇ ਪੜਾਅ ਭਾਵ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੇ ਹੋ। ਪੁਨ ਸੁਭ ਗਤ ਪ੍ਰਾਪਤ ਤਵ ਨੀਤ, ਲੇਕਿਨ ਫਿਰ ਵੀ ਇਸ ਅਵਸਥਾ ਤੋਂ ਅੱਗੇ ਵੈਸੇ ਤਾਂ ਮਰਨ ਕਾਲ ਹੁੰਦਾ, ਮੌਤ ਦਾ ਸਮਾਂ ਆਪਾਂ ਮੰਨਦੇ ਹਾਂ, ਪਤਾ ਆਪਾਂ ਨੂੰ ਸਭ ਨੂੰ, ਪਰੰਤੂ ਮਹਾਰਾਜ ਕਹਿਣ ਲੱਗੇ ਕਿ ਉਸ ਸਮੇਂ ਤੱਕ ਸਾਡੇ ਦਰਸ਼ਨ ਹੋਣਗੇ, ਫਿਰ ਅੱਗੇ ਸ਼ੁਭ ਗਤੀ ਨੂੰ ਪ੍ਰਾਪਤ ਹੋਵੋਗੇ। ਹਮ ਕਰਨੇ ਅਬ ਕਾਜ ਕਨੇਰੇ, ਮਾਂ ਜੀ ਬੇਨਤੀ ਇਉਂ ਹੈ ਵੀ ਅਸੀਂ ਅਜੇ ਹੋਰ ਵੀ ਬਹੁਤ ਸਾਰੇ ਕਾਰਜ ਕਰਨੇ ਹਨ, ਜਿਨ੍ਹਾਂ ਕਾਰਜਾਂ ਨੂੰ ਲੈ ਕਰਕੇ, ਜਿਸ ਮੁਹਿੰਮ ਨੂੰ ਲੈ ਕਰਕੇ ਗੁਰਦੇਵ ਇੱਧਰ ਪੰਜਾਬ ਦੇਸ਼ ਤੋਂ ਪੂਰਬ ਦੇਸ਼ ਵੱਲ ਨੂੰ ਗਏ ਹਨ, ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ। ਸੋ ਬਹੁਤ ਸਾਰੇ ਐਸੇ ਕਾਰਜ ਹਨ ਜਿਹੜੇ ਅਜੇ ਅਧੂਰੇ ਪਏ ਹਨ, ਜਿਨ੍ਹਾਂ ਨੂੰ ਅਸੀਂ ਅਜੇ ਸੰਪੂਰਨ ਕਰਨਾ ਹੈ। ਤਉ ਆਇਸ ਤੇ ਜਾਏ ਅਗੇਰੇ, ਹੁਣ ਤੇ ਬਖਸ਼ਿਸ਼ ਕਰੋ, ਤੁਸੀਂ ਸਾਨੂੰ ਅਸੀਸ ਬਖਸ਼ੋ, ਕਿਉਂਕਿ ਮਹਾਰਾਜ ਵੀ ਭਾਈ ਬੁਲਾਕੀ ਦਾਸ ਦੇ ਮਾਤਾ ਜੀਆਂ ਨੂੰ ਮਾਤਾ ਦੇ ਹੀ ਦਰਜੇ ਸਮਾਨ ਵੇਖ ਕਰਕੇ ਬੇਨਤੀ ਕਰਦੇ ਹਨ। ਹੁਣ ਤੁਸੀਂ ਵੀ ਸਾਨੂੰ ਅਸੀਸ ਬਖਸ਼ੋ ਕਿ ਅਸੀਂ ਆਪਣੇ ਉਹ ਕਾਰਜ ਜਿਹੜੇ ਹਨ ਨਾ ਪੂਰਨ ਕਰ ਸਕੀਏ ਜੀ। ਲਿਹੋ ਲਿਖਾਏ ਮੇਰੀ ਤਸਬੀਰ, ਹਾਂ ਜੇ ਤੁਸੀਂ ਇਦਾਂ ਹੀ ਦਰਸ਼ਨ ਕਰਨੇ ਹਨ ਤੇ ਇਦਾਂ ਕਰੋ, ਸਾਡੀ ਕੋਈ ਤਸਵੀਰ ਬਣਵਾ ਲਓ, ਕਿਉਂਕਿ ਮਾਤਾ ਜੀ ਨੇ ਕਿਹਾ ਵੀ ਅਸੀਂ ਪ੍ਰਤੱਖ ਵੇਖਣਾ ਚਾਹੁੰਦੇ ਹਾਂ। ਵੈਸੇ ਤੇ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ, ਨੇਤਰ ਬੰਦ ਕਰੋਗੇ ਦਰਸ਼ਨ ਹੋਣਗੇ, ਫਿਰ ਵੀ ਜੇ ਪ੍ਰਤੱਖ ਮੂਰਤ ਵੇਖਣੀ ਹੈ ਤੇ ਸਾਡੀ ਤਸਵੀਰ ਬਣਵਾ ਲਓ। ਲਿਓ ਲਿਖਾਏ ਮੇਰੀ ਤਸਵੀਰ, ਜੋ ਸਾਡੇ ਮੁੱਖ ਦੀ ਤਸਵੀਰ ਹੈ, ਭਾਵ ਜਿਵੇਂ ਆਪਾਂ ਅੱਜ ਕਹਿ ਦਿੰਦੇ ਹਾਂ ਵੀ ਮਨੁੱਖ ਜੇ ਰੋਜ਼ ਸਾਡਾ ਚਿਹਰਾ ਦੇਖਣਾ, ਕਿਸੇ ਦਾ ਵੀ ਵੇਖਣਾ, ਉਹਦੀ ਫੋਟੋ ਖਿੱਚ ਲਓ ਜੀ, ਅੱਜ ਦੀਆਂ ਸ਼ਬਦਾਂ ਵਿੱਚ। ਇੱਦਾਂ ਮਹਾਰਾਜ ਨੇ ਕਹਿ ਦਿੱਤਾ ਵੀ ਸਾਡੀ ਤਸਵੀਰ ਜਿਹੜੀ ਹੈ ਉਹ ਬਣਵਾ ਲਓ। ਹੈ ਅਬ ਜਥਾ ਸਚੀਰ ਸਰੀਰ, ਕਿਉਂਕਿ ਹੁਣ ਜਿੰਨੇ ਸਮੇਂ ਤੱਕ ਸਰੀਰ ਅੰਦਰ ਪ੍ਰਾਣ ਹਨ, ਜੇ ਤੁਹਾਡੀ ਇਹ ਪ੍ਰਬਲ ਵਿਚਾ ਹੈ ਵੀ ਦੀਦਾਰ ਕਰਨਾ ਹੀ ਕਰਨਾ ਹੈ, ਫਿਰ ਉਹਦੇ ਲਈ ਅਸੀਂ ਤੁਹਾਨੂੰ ਇਹ ਹੱਲ ਦੱਸਦੇ ਹਾਂ। ਤਿਸ ਪ੍ਰੰਕ ਪਰ ਰਾਖ ਟਿਕਾਏ, ਤੇ ਸਾਡੀ ਉਸ ਤਸਵੀਰ ਨੂੰ ਨਾ ਉਸੇ ਪਲੰਗ ਦੇ ਉੱਪਰ ਹੀ ਟਿਕਾ ਦੇਣਾ, ਜਿਹੜਾ ਪਲੰਗ ਤੁਸੀਂ ਗੁਰੂ ਦੀ ਸੇਵਾ ਦੇ ਲਈ ਤਿਆਰ ਕਰਵਾ ਕੇ ਘਰ ਅੰਦਰ ਰੱਖਿਆ ਸੀ, ਉਹੀ ਉਹ ਪਲੰਗ ਜਿਸ ਤੇ ਮਹਾਰਾਜ ਜਾ ਕਰਕੇ ਵਿਰਾਜਮਾਨ ਹੋਏ ਸਨ। ਹੁਣ ਹੁਕਮ ਦੇ ਦਿੱਤਾ ਵੀ ਸਾਡੀ ਉਸ ਤਸਵੀਰ ਨੂੰ ਉਸੇ ਪਲੰਗ ਦੇ ਉੱਪਰ ਸਜਾ ਦੇਣਾ ਜੀ। ਹੋਏ ਪੁਨੀਤ ਪੂਜੋ ਕਰ ਪਾਏ, ਹੋਏ ਪੁਨੀਤ ਭਾਵ ਜੇ ਭਾਵਨਾ ਸਹਿਤ, ਪਿਆਰ ਸਹਿਤ ਤੁਸੀਂ ਇਦਾਂ ਉਸ ਤਸਵੀਰ ਦੇ ਦਰਸ਼ਨ ਕਰਕੇ ਤੇ ਭਾਵਨਾ ਕਰਕੇ ਪੂਜੋਗੇ, ਫਿਰ ਸਾਡੇ ਦਰਸ਼ਨ ਹੋਣਗੇ। ਹੁਣ ਇੱਥੇ ਨਾ ਗੁਰਮੁਖੋ ਇੱਕ ਗੱਲ ਸਾਡੀ ਸਮਝਣ ਵਾਲੀ ਹੈ, ਕਿਉਂਕਿ ਜਦੋਂ ਵੀ ਕਿਤੇ ਤਸਵੀਰ ਦਾ ਜਾਂ ਕੋਈ ਇਦਾਂ ਦਾ ਹਵਾਲਾ ਆਉਂਦਾ ਨਾ, ਉਹਨੂੰ ਸਪਸ਼ਟ ਕਰਨਾ ਪੈਂਦਾ, ਨਹੀਂ ਤਾਂ ਅੱਜ ਦੀ ਮਾਨਸਿਕਤਾ ਐਸੀ ਹੈ
ਕਿ ਅਸੀਂ ਬਹੁਤਾ ਕਰਮ ਕਾਂਡ ਵੱਲ ਤੁਰ ਪੈਂਦੇ ਆ। ਜਦੋਂ ਵੀ ਕੋਈ ਗੱਲ ਆਉਂਦੀ, ਅੱਜ ਤਾਂ ਸਿੱਖ ਇਹ ਵੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੀ ਤਸਵੀਰ, ਉਹਨੂੰ ਮੱਥਾ ਟੇਕਣਾ ਕਰਮ ਕਾਂਡ ਹੈ। ਜੇ ਭਾਵਨਾ ਤੋਂ ਬਿਨਾਂ ਅਸੀਂ ਇਹ ਕਰ ਰਹੇ ਹਾਂ ਨਾ, ਤੇ ਸੱਚਮੁੱਚ ਕਰਮ ਕਾਂਡ ਹੀ ਹੈ। ਕਿਉਂਕਿ ਜੇ ਸਾਡੇ ਅੰਦਰ ਭਾਵਨਾ ਨਹੀਂ, ਫਰੇਬ ਜਿਹਾ ਕਰਕੇ ਅਸੀਂ ਤਸਵੀਰ ਨੂੰ ਮੱਥਾ ਟੇਕ ਦਈਏ ਤੇ ਭਾਵਨਾ ਨਹੀਂ ਹੈ, ਤੇ ਉਹ ਕਰਮ ਕਾਂਡ ਹੈ। ਪਰੰਤੂ ਕਿਤੇ ਕਿਤੇ ਮਹਾਰਾਜ ਨੇ ਸਾਨੂੰ ਇਹ ਇਜਾਜ਼ਤ ਵੀ ਬਖਸ਼ੀ ਹੈ। ਕਿਵੇਂ? ਕਿਉਂਕਿ ਜੇਕਰ ਸਾਡੇ ਅੰਦਰ ਗੁਰੂ ਦੇ ਪ੍ਰਤੀ ਅਥਾਹ ਪ੍ਰੇਮ ਹੈ, ਵੱਡੀ ਭਾਵਨਾ ਹੈ, ਫਿਰ ਉਹ ਤਸਵੀਰ ਵੀ ਇੱਕ ਜ਼ਰੀਆ ਬਣ ਜਾਂਦੀ ਹੈ, ਇੱਕ ਨਿਸ਼ਾਨ ਬਣ ਜਾਂਦੀ ਹੈ। ਉਹ ਤਸਵੀਰ ਫਿਰ ਸਾਨੂੰ ਇਕੱਲੀ ਤਸਵੀਰ ਨਹੀਂ ਦਿਸਦੀ, ਉਸ ਤਸਵੀਰ ਦੇ ਵਿੱਚੋਂ ਉਹ ਪਵਿੱਤਰ ਮੂਰਤ ਦਿਸਦੀ ਹੈ ਜਿਹਦੀ ਉਹ ਤਸਵੀਰ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ, ਉਹਨਾਂ ਇੱਕ ਬੜਾ ਪਿਆਰਾ ਸ਼ਬਦ ਵਰਤਿਆ ਤੇ ਉਹਦੀ ਵਿਆਖਿਆ ਵਿਦਵਾਨਾਂ ਨੇ ਬਾ ਕਮਾਲ ਕੀਤੀ। ਉਹ ਵੈਸੇ ਪੌੜੀ ਹੈ, ਅਮੁੱਲ ਗੁਣ ਅਮੁੱਲ ਵਪਾਰ, ਮੁੱਲ ਵਪਾਰੀਏ ਮੁੱਲ ਭੰਡਾਰ। ਉਹਦੇ ਵਿੱਚ ਮਹਾਰਾਜ ਜੀਆਂ ਨੇ ਨਾ ਇੱਕ ਪੰਕਤੀ, ਇੱਕ ਸ਼ਬਦ ਵਰਤਿਆ ਹੈ, ਅਮੁੱਲ ਤੁਲ ਅਮੁੱਲ ਨਿਸ਼ਾਨ। ਹੁਣ ਨਿਸ਼ਾਨ ਕੀ ਹੈ? ਨਿਸ਼ਾਨ ਇਹੀ ਹੈ, ਇੱਕ ਤਸਵੀਰ ਕਹਿ ਲਈਏ, ਮੂਰਤੀ ਕਹਿ ਲਈਏ, ਕੋਈ ਉਹ ਚਿੱਤਰ ਕਹਿ ਲਈਏ। ਲੇਕਿਨ ਉਹ ਅਮੁੱਲ ਕਿਵੇਂ ਹੈ? ਕਿਉਂਕਿ ਜੇਕਰ ਉਸ ਨੂੰ ਵੇਖ ਕਰਕੇ ਤੇ ਸਾਨੂੰ ਸਾਡੇ ਮਾਲਕ ਪਰਮਾਤਮਾ ਵਾਹਿਗੁਰੂ ਦੀ ਜਾਂ ਉਸ ਦੀ ਪਵਿੱਤਰ ਮੂਰਤ ਸਾਖਸ਼ਾਤ ਗੁਰੂ ਦੀ ਯਾਦ ਆ ਜਾਂਦੀ ਹੈ, ਉਹਦੇ ਦਰਸ਼ਨ ਹੋ ਜਾਂਦੇ ਨੇ। ਸਾਡਾ ਹਿਰਦਾ ਉਸ ਮੂਰਤ ਨੂੰ ਵੇਖ ਕਰਕੇ, ਉਸ ਤਸਵੀਰ ਨੂੰ ਵੇਖ ਕਰਕੇ ਤੇ ਨਿਰੰਤਰ ਜੇਕਰ ਉਹਦੇ ਵਿੱਚ ਜੁੜ ਜਾਂਦਾ ਹੈ। ਨਿਰੰਤਰ ਤੋਂ ਭਾਵ ਹੈ, ਜੇ ਅਸੀਂ ਮੂਰਤ ਵੇਖੀ ਜਾਂ ਤਸਵੀਰ ਵੇਖੀ, ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਹਿਰਦੇ ਵਿੱਚ ਯਾਦ ਆਈ ਉਹਨਾਂ ਦੀ, ਤੇ ਇਹ ਹਿਰਦਾ ਜਿਹੜਾ ਮਹਾਰਾਜ ਕੇ ਚਰਨਾਂ ਦੇ ਵਿੱਚ ਪ੍ਰੇਮ ਵਿੱਚ ਮਗਨ ਹੋ ਗਿਆ, ਫਿਰ ਉਹ ਤਸਵੀਰ ਵੇਖਣੀ ਮਾੜਿਆ ਨਹੀਂ ਹੈ, ਉਹ ਸਫਲ ਹੈ, ਉਹ ਨਿਸ਼ਾਨ ਅਮੁੱਲ ਹੋ ਜਾਂਦਾ ਹੈ। ਕਿਉਂਕਿ ਉਹਨੂੰ ਵੇਖ ਕਰਕੇ ਵੀ ਅਸੀਂ ਆਪਣੇ ਗੁਰੂ ਦੇ ਪ੍ਰੇਮ ਵਿੱਚ ਓਤ-ਪੋਤ ਹੋ ਸਕਦੇ ਹਾਂ। ਵਰਨਾ ਜੇ ਨੇਤਰਾਂ ਤੋਂ ਇਹ ਦ੍ਰਿਸ਼ ਹਟ ਜਾਣ ਤੇ ਜੋ ਸੰਸਾਰ ਦਾ ਖਲਾਰਾ ਹੈ, ਮਨ ਦੇ ਫੁਰਨੇ ਹੋਰ ਪਾਸੇ ਖਿਆਲ ਤੁਰ ਪੈਂਦਾ ਹੈ। ਇਸ ਲਈ ਮਹਾਰਾਜ ਨੇ ਨਾਲ ਜਿੱਥੇ ਇਹ ਬਚਨ ਕਹਨੇ ਕਿ ਤੁਸੀਂ ਸਾਡੀ ਇੱਕ ਤਸਵੀਰ ਬਣਾ ਲਓ ਤੇ ਉਸੇ ਪਲੰਗ ਤੇ ਟਿਕਾ ਲਿਓ ਜਿਹੜਾ ਸਾਡੀ ਸੇਵਾ ਦੇ ਲਈ ਤੁਸੀਂ ਤਿਆਰ ਕਰਵਾਇਆ ਸੀ ਤੇ ਜਿਹਦੇ ਉੱਪਰ ਆ ਕਰਕੇ ਅਸੀਂ ਵਿਰਾਜਮਾਨ ਹੋਏ ਸੀ। ਫਿਰ ਉਸ ਤਸਵੀਰ ਦੇ ਰੋਜ਼ਾਨਾ ਇਦਾਂ ਹੀ ਭਾਵਨਾ ਸਹਿਤ ਦਰਸ਼ਨ ਕਰਿਓ, ਹਿਰਦੇ ਵਿੱਚ ਪਿਆਰ ਰੱਖਿਓ। ਤਸਵੀਰ ਦੇ ਵਿੱਚੋਂ ਸਾਨੂੰ ਤੁਹਾਨੂੰ ਸਾਡੀ ਜਿਹੜੀ ਮੂਰਤ ਹੈ ਉਹ ਨਜ਼ਰ ਆਵੇਗੀ। ਜਥਾ ਕਰੀ ਅਬ ਮੇਰੀ ਪੂਜਾ। ਜਥਾ ਕਰੀ ਤੋਂ ਭਾਵ ਜਿਵੇਂ ਹੁਣ ਜਦੋਂ ਅਸੀਂ ਇਸ ਸਥਾਨ ਤੇ ਵਿਰਾਜਮਾਨ ਹਾਂ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਢਾਕੇ ਦੀ ਧਰਤੀ ਤੇ ਗੁਲਾਕੀ ਦਾਸ ਦੇ ਗ੍ਰਹਿ ਵਿਖੇ ਬੈਠੇ ਹਨ, ਤੇ ਜਿਵੇਂ ਮਾਤਾ ਜੀ ਐਨ ਆਨੰਦ ਵਿੱਚ ਆ ਕੇ ਦੌੜ ਕੇ ਸੇਵਾ ਕਰ ਰਹੇ ਹਨ, ਪੂਜਾ ਕਰ ਰਹੇ ਹਨ, ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈ ਰਹੇ ਹਨ। ਜਿਸ ਵਿਧ ਹੁਣ ਪੂਜਾ ਸੇਵਾ ਕੀਤੀ ਹੈ ਜੀ, ਤਥਾ ਸ਼ਰੀਰ ਜਾਨ ਮਮ ਦੂਜਾ। ਬਸ ਇਸੇ ਤਰ੍ਹਾਂ ਉਹ ਤਸਵੀਰ ਨੂੰ ਨਾ ਸਾਡਾ ਦੂਜਾ ਸਰੀਰ ਸਮਝ ਕੇ ਪੂਜਣਾ ਹੈ। ਇਹ ਨਹੀਂ ਵੀ ਉਹ ਤਸਵੀਰ ਨੂੰ ਉਹਦੇ ਅੱਗੇ ਕੋਈ ਇਦਾਂ ਦੀ ਮੂਰਤ ਬਣਾ ਕੇ ਤੇ ਕੋ ਵੱਖਰੇ ਤਰ੍ਹਾਂ ਦੇ ਭੋਗ ਲਾਉਣੇ, ਆਰਤੀਆਂ ਧੂਪ ਬੱਤੀਆਂ ਜਗਾਉਣੀਆਂ, ਨਹੀਂ। ਭਾਵ ਅਰਥ ਇਹ ਨੇ ਕਿ ਮੂਰਤ ਬੇਸ਼ੱਕ ਸਾਡੀ ਉਹ ਤਸਵੀਰ ਵਿੱਚੋਂ ਵੇਖ ਲਿਓ, ਪਰ ਸਮਝਿਓ ਪ੍ਰਤੱਖ ਸਾਡੀ ਹੀ ਮੂਰਤ, ਭਾਵ ਸਾਡਾ ਹੀ ਧਿਆਨ, ਸਾਡੇ ਗੁਰੂ ਦਾ ਧਿਆਨ ਜਿਹੜਾ ਹੈ ਉਹੀ ਕਰਨਾ ਹੈ ਜੀ। ਨਿਤ ਦਰਸ਼ਨ ਕੇ ਫਲ ਕੋ ਪਾਏ। ਬਸ ਇਸ ਤਰ੍ਹਾਂ ਤੁਹਾਨੂੰ ਰੋਜ਼ਾਨਾ ਹੀ ਸਾਡੇ ਦਰਸ਼ਨ ਹੋਣਗੇ ਤੇ ਗੁਰੂ ਦਰਸ਼ਨ ਦਾ ਜਿਹੜਾ ਫਲ ਹੈ, ਗੁਰੂ ਦਰਸ਼ਨ ਦਾ ਜੋ ਮਹਾਤਮ ਹੈ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਅੰਤ ਸਮੈ ਮੁਝ ਸੋ ਮਿਲ ਜਾਏ। ਤੇ ਅਖੀਰਲੇ ਵੇਲੇ ਜਿਸ ਵਕਤ ਇਸ ਪੰਜ ਭੂਤਕ ਸਰੀਰ ਨੇ ਛੁੱਟਣਾ ਹੈ, ਜਿਸ ਵਕਤ ਸਰੀਰ ਤੋਂ ਪ੍ਰਾਣ ਨਿਆਰੇ ਹੋਣੇ ਨੇ, ਫਿਰ ਉਸ ਵਕਤ ਤੁਸੀਂ ਜੰਮਪੁਰ ਨਹੀਂ ਜਾਓਗੇ। ਅੰਤਰਾਤਮਾ ਜੀਵ ਆਤਮਾ ਜੋਤ ਜਿਹੜੀ ਹੈ ਉਹ ਸਾਡੇ ਵਿੱਚ ਅਭੇਦ ਹੋ ਜਾਏਗੀ, ਮਿਲ ਜਾਏਗੀ। ਸੁਨ ਉਰ ਹਰਖੀ ਤੁਰਤ ਸਿਧਾਈ। ਜਿਸ ਵਕਤ ਫਿਰ ਮਾਤਾ ਜੀਆਂ ਨੇ ਮਹਾਰਾਜ ਕੇ ਮੁਖ ਤੋਂ ਇਹ ਵਚਨ ਸੁਣੇ, ਪ੍ਰਸੰਨ ਹੋ ਗਏ ਤੇ ਉਸੇ ਵਕਤ ਹੀ ਫਿਰ ਉਹ ਉਸ ਸਥਾਨ ਤੋਂ ਤੁਰ ਪਏ ਸਨ। ਜਾਏ ਚਤੇਰੇ ਕੋ ਲੈ ਆਈ। ਤੇ ਦੌੜ ਕੇ ਜਾ ਕਰਕੇ ਇੱਕ ਚਤੇਰਾ ਉਹ ਹੁੰਦਾ ਜਿਵੇਂ ਚਿੱਤਰਕਾਰ, ਜਿਹੜਾ ਚਿੱਤਰ ਨੂੰ ਉਲੀਕਣ ਵਾਲਾ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤਾਂ ਚਤੇਰੇ ਹੀ ਚਿੱਤਰ ਬਣਾਉਂਦੇ ਹੁੰਦੇ ਸਨ, ਜਿਨ੍ਹਾਂ ਕੋਲੇ ਕਲਾ ਸੀ, ਪੈਂਟਰ ਕਹਿ ਲਈਏ।
ਸੋ ਉਹ ਚਤੇਰੇ ਨੂੰ ਲੈ ਕਰਕੇ ਉਹ ਮਹਾਰਾਜ ਕੀ ਹਜ਼ੂਰੀ ਵਿੱਚ ਆਂਦਾ ਹੈ। ਬੋ ਤਨ ਦੇ ਕਰ ਕਹਿਤ ਸੁਣਾਏ। ਤੇ ਫਿਰ ਉਸ ਚਤੇਰੇ ਨੂੰ ਇਹ ਕਿਹਾ ਕਿ ਵੇਖ ਭਾਈ, ਜਿੰਨਾ ਵੀ ਤੈਨੂੰ ਤੇਰੇ ਕੰਮ ਦਾ ਮੁੱਲ ਚਾਹੀਦਾ ਹੈ, ਜਿੰਨੀ ਤੈਨੂੰ ਤੇਰੀ ਦਿਹਾੜੀ ਆਦਿਕ ਚਾਹੀਦੀ ਹੈ, ਉਹ ਅਸੀਂ ਤੈਨੂੰ ਦੇਵਾਂਗੇ। ਜਥਾ ਜੋਗ ਪਿਖ ਲਿਖੋ ਬਣਾਏ। ਬਸ ਹੂਬਹੂ ਏਦਾਂ ਹੀ ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਆਸਣ ਤੇ ਵਿਰਾਜਮਾਨ ਨੇ ਨਾ, ਇਦਾਂ ਦੀ ਇੱਕ ਤਸਵੀਰ ਸਾਨੂੰ ਕੱਢ ਕੇ ਦੇ ਦੇਵੋ, ਬਣਾ ਕੇ ਦੇ ਦੇਵੋ। ਤੇ ਪੁਰਾਣੇ ਸਮੇਂ ਵਿੱਚ ਜਾਂ ਅੱਜ ਵੀ ਜਿਹੜੇ ਕੋਈ ਬਹੁਤ ਹੀ ਮਹਾਤਰਤਾ ਰੱਖਣ ਵਾਲੇ ਚਿੱਤਰਕਾਰ ਨੇ ਨਾ, ਗੁਰਮੁਖੋ ਚਿੱਤਰ ਇਦਾਂ ਬਣਾਉਂਦੇ ਨੇ ਕਿ ਇੱਕ ਪਾਸੇ ਉਸ ਮਨੁੱਖ ਨੂੰ ਬਿਠਾ ਲਿਆ ਜਾਂਦਾ ਹੈ, ਇੱਕ ਪਾਸੇ ਜਿਸ ਵੀ ਤਰ੍ਹਾਂ ਦੇ ਨਾਲ ਉਹਦਾ ਚਿੱਤਰ ਬਣਾਉਣਾ ਹੈ, ਉਹਨੂੰ ਸਾਖਸ਼ਾਤ ਉਸੇ ਤਰ੍ਹਾਂ ਹੀ ਇੱਕ ਪਾਸੇ ਖੜਾ ਕਰ ਲਿਆ ਜਾਂਦਾ ਹੈ ਜਾਂ ਬਿਠਾ ਲਿਆ ਜਾਂਦਾ ਹੈ। ਫਿਰ ਉਸ ਦੀ ਉਹ ਕਲਾ ਨੂੰ ਵੇਖ ਕੇ ਤੇ ਇੱਧਰ ਚਿੱਤਰ ਤੇ ਜਿਹੜੀ ਕਲਮ ਦੇ ਨਾਲ ਰੰਗ ਭਰ ਕੇ ਛਪਾਈ ਕਰ ਦਿੱਤੀ ਜਾਂਦੀ ਹੈ। ਇਦਾਂ ਉਹ ਮੂਰਤ ਖਾਸ ਕਰਕੇ ਪੁਰਾਣੇ ਸਮੇਂ ਚਿੱਤਰਕਾਰ ਇਦਾਂ ਬਣਾਉਂਦੇ ਸਨ। ਸੋ ਜਿਸ ਵਿਧ ਹੁਣ ਸਤਿਗੁਰੂ ਇਸ ਸਥਾਨ ਇਸ ਸਿੰਘਾਸਨ ਤੇ ਬੈਠੇ ਸੋਭ ਰਹੇ ਹਨ, ਇਦਾਂ ਦੀ ਮੂਰਤ ਸਾਨੂੰ ਤਿਆਰ ਕਰਕੇ ਦੇ ਦੇਵੋ ਜੀ। ਚਤਰ ਚਤੇਰਾ ਕੋ ਚਿਤ ਚਾਊ। ਤੇ ਜਿਹੜਾ ਚਤੇਰਾ ਸੀ ਉਹਨੇ ਵੀ ਇਸ ਗੱਲ ਨੂੰ ਸੇਵਾ ਸਮਝਿਆ, ਬੜਾ ਪ੍ਰਸੰਨ ਹੋਇਆ, ਉਹਦੇ ਚਿੱਤ ਵਿੱਚ ਵੀ ਇਸ ਗੱਲ ਦੀ ਖੁਸ਼ੀ ਹੈ ਤੇ ਉਹ ਹੈ ਵੀ ਬੜਾ ਵਿਦਵਾਨ, ਇਸ ਪੱਖ ਤੋਂ ਵਿਦਵਾਨ ਭਾਵ ਉਹਦੇ ਕੋਲ ਜਿਹੜੀ ਇਹ ਚਿੱਤਰ ਦੀ ਵਿਦਿਆ ਜਿਹੜੀ ਹੈ, ਕਲਾ ਜਿਹੜੀ ਹੈ, ਉਹ ਬੜੀ ਪ੍ਰਵੀਨ ਹੈ, ਮਹਾਨ ਹੈ ਜੀ। ਬੈਠ ਨਿਕਟ ਬੰਦਤਰ ਪਾਊ। ਫਿਰ महाराज जी के पास बैठा हुक्म सहित। फिर महाराज जी के पास बैठ करके उसने पहला नेत्रा नाल सतगुरु जी की मूर्त नूं तक्या है, क्योंकि चित्रकार जड़ा है उन्हें जिहड़ा चित्र बनाउणा है ਉਹ ਚਿੱਤਰ ਵਿਦਵਾਨ ਕਹਿੰਦੇ ਨੇ ਵੀ ਉਹਨੂੰ ਪਹਿਲਾਂ ਆਪਣੇ ਜ਼ਿਹਨ ਵਿੱਚ ਉਕਾਰਨਾ ਪੈਂਦਾ ਹੈ। ਉਹ ਜਿਹੜੀ ਕਲਾ ਉਹਨੇ ਪ੍ਰਗਟ ਕਰਨੀ ਹੈ, ਜੋ ਵੀ ਮੂਰਤ ਬਣਾਉਣੀ ਹੈ ਚਿੱਤਰ ਦੀ, ਉਹ ਪਹਿਲਾਂ ਬੜੀ ਨੀਝ ਲਾ ਕੇ ਉਸ ਚਿੱਤਰ ਨੂੰ ਵੇਖਦਾ ਹੈ, ਆਪਣੇ ਅੰਦਰ ਉਹਨੂੰ ਪ੍ਰਗਟ ਕਰਦਾ, ਫਿਰ ਅੰਦਰੋਂ ਉਹਦਾ ਜਿਹੜਾ ਪ੍ਰਗਟਾਵਾ ਹੈ ਉਹ ਦੂਜੇ ਕਿਸੇ ਤਸਵੀਰ ਤੇ ਕਾਗਜ਼ ਤੇ ਕਿਤੇ ਕਰੇਗਾ। ਇਹ ਉਹਦੀ ਇੱਕ ਵਿਦਿਆ, ਉਹਦੀ ਇੱਕ ਕਲਾ ਹੈ। सो उसने फिर महाराज सच्चे पातशाह जी का बड़ा नीच ला करके दर्शन किया है। अंग सो वस्त सजे हैं जैसे। जिस विध सतगुरां दे शरीर दे अंग सन ਤੇ ਅੰਗਾਂ ਦੇ ਉੱਪਰ ਜਿਸ ਵਿਧ ਮਹਾਰਾਜ ਤਨ ਦੇ ਉੱਪਰ ਵਸਤਰ ਧਾਰਨ ਕਰਦੇ ਸਨ, ਉਹ ਜਿਵੇਂ ਦੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹੈ ਜੀ। ਤਰੇ ਪ੍ਰੇਮ ਕੋ ਲਿਖ ਕਰ ਤੈਸੇ। ਪਹਿਲਾਂ ਉਸਨੇ ਨੀਜ ਲਾ ਕਰਕੇ ਮਹਾਰਾਜ ਜੀ ਦਾ ਦੀਦਾਰ ਪਾਇਆ, ਫਿਰ ਆਪਣੀ ਉਸ ਕਲਾ ਦੇ ਰਾਹੀਂ ਉਸ ਚਿੱਤਰ ਨੂੰ ਉਕਾਰਨ ਲੱਗਾ ਹੈ। ਬੰਧਨ ਪ੍ਰਫੁੱਲਤ ਕਮਲ ਸਮਾਨਾ। ਮਹਾਰਾਜ ਜਿਸ ਸਥਾਨ ਤੇ ਬੈਠੇ ਸਨ ਤੇ ਚਿੱਤਰਕਾਰ ਜਿਹੜਾ ਹੈ ਉਹ ਚਿੱਤਰ ਬਣਾ ਰਿਹਾ ਹੈ। ਮਹਾਰਾਜ ਜੀ ਦਾ ਬਦਨ ਜਿਹੜਾ ਹੈ ਨਾ, ਇਦਾਂ ਮਾਨੋ ਖਿੜਿਆ ਹੋਇਆ, ਪ੍ਰਫੁੱਲਤ ਕਮਲ ਸਮਾਨਾ, ਜਿਵੇਂ ਕਮਲ ਖਿੜਿਆ ਹੁੰਦਾ ਹੈ ਨਾ, ਇਦਾਂ ਮਹਾਰਾਜ ਜੀ ਕੇ ਸਰੀਰ ਦਾ ਜਿਹੜਾ ਚਿੱਤਰ ਹੈ, ਉਸ ਚਿੱਤਰ ਦੇ ਵਿੱਚ ਜੋ ਕਲਪਨਾ ਦੇ ਵਿੱਚ ਉਹ ਵੇਖ ਰਿਹਾ ਹੈ ਤੇ ਅੰਤਰਾਤਮੇ ਜੋ ਉਸ ਨੂੰ ਦਿਸ ਰਿਹਾ ਹੈ, ਮਾਨੋ ਇਤਨੀ ਬਖਸ਼ਿਸ਼ ਹੈ ਮਹਾਰਾਜ ਜੀ ਕੇ ਤਨ ਤੇ ਕਿ ਉਹ ਜਿਹੜੀ ਤਸਵੀਰ ਉਹ ਬਣਾਉਣ ਲੱਗਾ ਹੈ ਉਹਦੇ ਵਿੱਚ ਉਸ ਨੂੰ ਬਹੁਤ ਅਗੰਮੀ ਦ੍ਰਿਸ਼ ਨਜ਼ਰ ਆ ਰਹੇ ਹਨ। ਰੁਚਰ ਬਿਲੋਚਨ ਕਿਰਪਾ ਨਿਧਾਨਾ। ਤੇ ਜਿਸ ਵਕਤ ਮਹਾਰਾਜ ਜੀ ਕੇ ਨੇਤਰਾਂ ਵੱਲ ਵੇਖਦਾ ਹੈ, ਮਹਾਰਾਜ ਜੀ ਕੇ ਜਿਹੜੇ ਕਰੁਣਾ ਦੇ ਭਰੇ ਹੋਏ, ਬਖਸ਼ਿਸ਼ ਦੇ ਭਰੇ ਹੋਏ ਨੇਤਰ ਹਨ, ਕਿਰਪਾ ਦ੍ਰਿਸ਼ਟੀ ਕਰਦੇ ਹਨ। ਭਾਈ ਸਾਹਿਬ ਜੀ ਕਹਿੰਦੇ ਨੇ ਨੇਤਰਾਂ ਵੱਲ ਵੇਖ ਕਰਕੇ ਨਾ ਥੋੜਾ ਜਿਹਾ ਜਿਹੜਾ ਚਿੱਤਰਕਾਰ ਹੈ ਉਹ ਆਪਣੇ ਆਪ ਦੇ ਵਿੱਚ ਹਿੱਲ ਜਿਹਾ ਜਾਂਦਾ, ਜਿਵੇਂ ਉਹ ਨੇਤਰਾਂ ਦੀ ਜਿਹੜੀ ਬਖਸ਼ਿਸ਼ ਹੈ ਉਹ ਉਹਦੀ ਪਕੜ ਵਿੱਚ ਨਹੀਂ ਆ ਰਹੀ ਵੀ ਇਹ ਨੇਤਰ ਮੈਂ ਕਿੱਦਾਂ ਇਸ ਤਸਵੀਰ ਤੇ ਬਣਾਵਾਂ। ਤੇ ਸੱਚ ਹੈ ਕਿ ਮਹਾਰਾਜ ਜੀ ਕੇ ਨੇਤਰ ਇਤਨੀ ਬਖਸ਼ਿਸ਼ ਵਾਲੇ ਹਨ ਕਿ ਸਾਡੇ ਵਰਗੇ ਜਿਹੜੇ ਪੇਂਟਰ ਸੰਸਾਰ ਵਿੱਚ ਹੁੰਦੇ ਨੇ, ਆਮ ਮਨੁੱਖ ਜਿਹੜੇ ਆਪਾਂ ਕਹਿ ਲਈਏ, ਉਹ ਤਸਵੀਰ ਜ਼ਰੂਰ ਬਣਾ ਦੇਣਗੇ, ਪਰੰਤੂ ਉਹ ਬਖਸ਼ਿਸ਼ ਵਾਲੇ ਨੇਤਰ ਉਹਨਾਂ ਤੋਂ ਉਹ ਨਹੀਂ ਬਣਾਏ ਜਾ ਸਕਦੇ। ਇਹੀ ਕਾਰਨ ਹੈ ਅੱਜ ਅਸੀਂ ਗੁਰੂ ਨਾਨਕ ਸਾਹਿਬ ਜਾਂ ਹੋਰ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਵੇਖ ਲੈਂਦੇ ਹਾਂ, ਪਰੰਤੂ ਜਿਹੜੇ ਪੇਂਟਰ ਨੇ ਜਾਂ ਜਿਨ੍ਹਾਂ ਚਿੱਤਰਕਾਰਾਂ ਨੇ ਤਸਵੀਰਾਂ ਬਣਾਈਆਂ ਨੇ, ਯਤਨ ਵੀ ਉਹਨਾਂ ਜ਼ਰੂਰ ਕੀਤੇ ਨੇ ਵੀ ਓਨੀ ਕਿਰਪਾ, ਉਸੇ ਤਰ੍ਹਾਂ ਦਾ ਹੂਬਹੂ ਚਿਹਰਾ, ਉਸੇ ਤਰ੍ਹਾਂ ਦੀ ਬਖਸ਼ਿਸ਼ ਵਿਖਾਈ ਜਾਏ, ਪਰੰਤੂ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀਆਂ ਦੇ ਮੁਖ ਤੇ ਵਰਤਦੀ ਹੈ, ਕਿਸੇ ਚਿੱਤਰਕਾਰ ਕੋਲ ਏਡੀ ਕਲਾ ਨਹੀਂ ਵੀ ਉਹ ਉਸ ਬਖਸ਼ਿਸ਼ ਨੂੰ ਉਸ ਤਸਵੀਰ ਦੇ ਵਿੱਚ ਪ੍ਰਗਟ ਕਰ ਸਕਿਆ ਹੋਵੇ। ਖਾਸ ਕਰਕੇ ਜਦੋਂ ਵੀ ਕੋਈ ਨਾਨਕ ਨਾਮ ਲੈਵਾ ਸਿੱਖ ਇਹਨਾਂ ਤਸਵੀਰਾਂ ਵੱਲ ਵੇਖਦਾ ਤੇ ਉਹ ਕਹਿੰਦਾ ਵੀ ਇਹ ਅਧੂਰਾ ਹੈ।
संपूर्ण नहीं है। क्यों? क्योंकि महाराज जी के मुख की रूहानियत, महाराज जी के नेत्रां की अमृत दृष्टि, महाराज जी की जिहड़ी बख्शिश है, ठीक है जतन करके चित्रकारां ने विखा जरूर दिता है, परंतु संपूर्ण तौर पर इंसानी मत उस कला नूं प्रगट नहीं कर सकी। इस करके ये जिहड़ा चित्रकार भी आया है ना, बाकी सारा बदन इसने अपने उस चित्र विच तस्वीर ते उकार दिता है, लेकिन महाराज जी का जिहड़ा मुख है, नेत्र हैं, खास करके जिहड़ा चेहरा है रूहानियत दे विच भरिया होया, वो इहदे तो नहीं छप रहा जी। नह लिख सकियो रहो पछताई। बहुत जोर लाया इसने महाराज जी की उस नुहार नूं वेख करके इधर छापण दा चित्र दे उपर। जो महाराज जी के मुख की बख्शिश है ना, 9वें सतगुरु श्री गुरु तेग बहादुर महाराज, बहुत जोर लाया इन्हें कि वो जिहड़ा मुख है अपने नेत्रां नाल मैं उहनूं वेख के ते हूबहू इधर तस्वीर ते छाप सकां, परंतु गल नहीं बनी। थक गया, पछताउंदा। कारण कि वो जिहड़ी रूहानियत है महाराज जी के मुख ते, जिहड़ी अमृत दृष्टि है महाराज के नेत्रां विच, वो इहदी पकड़ विच नहीं आ रही। कलम ਉਹਦੀ ਜਿਹੜਾ ਬਣਾਉਂਦੀ ਜ਼ਰੂਰ ਹੈ ਉਸ ਚਿੱਤਰ ਨੂੰ, ਲੇਕਿਨ ਉਹਦੇ ਵਿੱਚ ਉਹ ਚੀਜ਼ ਪ੍ਰਗਟ ਨਹੀਂ ਹੁੰਦੀ। ਇਸ ਕਰਕੇ ਇਹ ਪਛਤਾਉਂਦਾ ਹੈ ਵੀ ਇਹ ਤਸਵੀਰ ਮੈਥੋਂ ਨਹੀਂ ਬਣ ਰਹੀ ਹੈ ਜੀ। ਤਬ ਸੋ ਕਲਮ ਗਈ ਗਤ ਦਾਈ। ਫਿਰ ਜਿਸ ਵਕਤ ਵੇਖਿਆ ਵੀ ਇਹਦੇ ਵੱਸ ਦੀ ਗੱਲ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਜੋ ਕਿ ਬੈਠੇ ਸਨ, ਕਿਉਂਕਿ ਵੇਖ ਕੇ ਹੀ ਮੂਰਤ ਬਣਾਈ ਜਾਂਦੀ ਸੀ ਉਹਨਾਂ ਵੇਲਿਆਂ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵਕਤ ਵੇਖਿਆ ਵੀ ਇਹਦੇ ਵੱਸ ਦੀ ਗੱਲ ਨਹੀਂ ਹੈ, ਇਹਦੇ ਤੋਂ ਇਹ ਗੱਲ ਨਹੀਂ ਬਣ ਰਹੀ ਤੇ ਬਣਨੀ ਵੀ ਨਹੀਂ। ਕਿਉਂ? ਕਿਉਂਕਿ ਸਾਡੇ ਇਹ ਨੇਤਰ ਗੁਰੂ ਦੀ ਮੂਰਤ ਨੂੰ ਕਿੱਦਾਂ ਬਿਆਨ ਕਰ ਸਕਦੇ ਨੇ, ਸਾਡੇ ਹੱਥ ਉਸ ਮੂਰਤ ਨੂੰ ਕਿੱਦਾਂ ਉਕਾਰ ਸਕਦੇ ਨੇ। ਅਸੀਂ ਤਾਂ ਇੱਕ ਸੰਸਾਰਿਕ ਜੀਵ ਹਾਂ, ਜਿਹੜੇ ਪੂਰਨ ਬ੍ਰਹਮ ਨੇ, ਜਿਹੜੇ ਨੂਰ ਨੇ, ਜਿਹੜੇ ਇਉਂ ਕਹਿ ਲਈਏ ਬੰਦਗੀ ਦੇ ਮੁਜੱਸਮੇ ਨੇ, ਰੂਹਾਨੀਅਤ ਦੇ ਖਜ਼ਾਨੇ ਨੇ। ਸਾਡੀ ਮੱਤ ਉਹਨਾਂ ਨੂੰ ਕਿੱਦਾਂ ਪਕੜ ਸਕਦੀ ਹੈ? ਨਹੀਂ ਫੜਿਆ ਜਾਂਦਾ। ਇਸ ਕਰਕੇ ਮਹਾਰਾਜ ਜੀਆਂ ਨੇ ਇਹ ਵੇਖ ਲਿਆ ਵੀ ਇਹਦੇ ਵੱਸ ਦੀ ਗੱਲ ਨਹੀਂ ਹੈ, ਇਹ ਹੁਣ ਵਿਚਲ ਚੁੱਕਾ ਹੈ, ਇਹ ਕਨਫਿਊਜ਼ ਹੋ ਗਿਆ, ਇਹਦੇ ਤੋਂ ਬਣ ਨਹੀਂ ਰਹੀ। ਫਿਰ ਮਹਾਰਾਜ ਆਪ ਕਿਰਪਾ ਕਰਕੇ ਉੱਠੇ, ਆਪ ਉੱਠੇ ਹਨ। ਉੱਠ ਕੇ ਆਪਣੇ ਹੱਥੀਂ ਉਹਦੇ ਤੋਂ ਜਿਹੜੀ ਕਲਮ ਆਦਿਕ ਹੈ ਜਿਹਦੇ ਨਾਲ ਉਹ ਬਣਾਉਂਦਾ ਹੈ, ਉਹ ਆਪ ਪਕੜ ਲਈ ਹੈ। ਆਪਣ ਹੱਥ ਤੇ ਮੁਖ ਲਿਖਿਓ। ਆਪਣੇ ਪਵਿੱਤਰ ਹੱਥ ਦੇ ਨਾਲ ਸਤਿਗੁਰਾਂ ਨੇ ਫਿਰ ਆਪਣੇ ਆਪ ਦਾ ਮੁਖ ਜਿਹੜਾ ਹੈ ਉਸ ਤਸਵੀਰ ਵਿੱਚ ਤਿਆਰ ਕੀਤਾ ਹੈ। ਇਹ ਵੈਸੇ ਜਦੋਂ ਕਿਤੇ ਗੁਰੂ ਕੇ ਪਿਆਰ ਵਾਲੇ ਸਿੱਖ ਦਰਸ਼ਨ ਕਰਨ ਜਾਂਦੇ ਨੇ ਨਾ, ਉਹਨਾਂ ਇਲਾਕਿਆਂ ਦੇ ਵਿੱਚ ਤੇ ਕਹਿੰਦੇ ਨੇ ਵੀ ਇਹ ਤਸਵੀਰ ਮੌਜੂਦ ਹੈ। ਉਸੇ ਤਸਵੀਰ ਦੇ ਕੁਝ ਉਤਾਰੇ ਹੈ ਨੇ ਅੱਜ ਵੀ ਸਿੱਖ ਪੰਥ ਦੇ ਪਾਸ। ਜਿਹੜੀ ਤਸਵੀਰ 9ਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਢਾਕੇ ਦੀ ਧਰਤੀ ਤੇ ਬਹਿ ਕੇ ਆਪਣਾ ਮੁਖ ਆਪਣੇ ਹੱਥੀਂ ਤਿਆਰ ਕੀਤਾ। ਤੇ ਵੇਖੋ ਇਹ ਵੀ ਇੱਕ ਕਲਾ ਹੈ। ਚਿੱਤਰਕਾਰ ਹਰ ਮਨੁੱਖ ਨਹੀਂ ਹੋ ਸਕਦਾ, ਹਰ ਇੱਕ ਵਿਸ਼ੇਸ਼ ਇਹਦੀ ਸਟੱਡੀ ਹੁੰਦੀ ਹੈ, ਇੱਕ ਵਿਸ਼ੇਸ਼ ਤਿਆਰੀ ਕਰਨ ਤੋਂ ਬਾਅਦ ਹੀ ਮਨੁੱਖ ਕੋਈ ਚਿੱਤਰ ਨੂੰ ਬਣਾ ਸਕਦਾ ਹੈ। ਪਰੰਤੂ ਸੰਪੂਰਨ ਗੁਰੂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਐਸੀ ਕਲਾ ਵਰਤਾਈ ਕਿ ਉਸ ਤਸਵੀਰ ਦੇ ਉੱਪਰ ਆਪਣਾ ਜਿਹੜਾ ਮੁਖ ਹੈ ਉਹ ਆਪਣਾ ਆਪ ਦੇ ਹੱਥੀਂ ਆਪ ਹੀ ਉਕਾਰਿਆ ਹੈ ਜੀ। ਔਰ ਬਿਸਮਾਏ ਜਿਨ ਜਿਨ ਪਿਖਿਓ। ਫਿਰ ਜਿਸ ਵਕਤ ਉਸ ਤਸਵੀਰ ਨੂੰ ਜਿਨ੍ਹਾਂ ਨੇ ਵੀ ਦੇਖਿਆ, ਜਦੋਂ ਬਣ ਕਰਕੇ ਤਿਆਰ ਹੋ ਗਈ ਨਾ, ਮਹਾਰਾਜ ਨੇ ਉਹਨੂੰ ਮੁਕੰਮਲ ਕਰ ਦਿੱਤਾ ਆਪਣੇ ਹੱਥੀਂ। ਫਿਰ ਜਿਨ੍ਹਾਂ ਨੇ ਮਹਾਰਾਜ ਕੀ ਉਹ ਤਸਵੀਰ, ਉਸ ਚਿੱਤਰ ਨੂੰ ਤੱਕਿਆ, ਹਿਰਦੇ ਵਿੱਚ ਵਿਸਮਾਦ, ਉਹ ਹੈਰਾਨੀ ਵਿੱਚ ਕਹਿ ਚਲੇ ਵੀ ਸੱਚਮੁੱਚ ਜਿਹੜੀ ਰੂਹਾਨੀਅਤ ਇੱਧਰ ਮੁੱਖ ਤੇ ਹੈ, ਉਸੇ ਤਰ੍ਹਾਂ ਦਾ ਹੀ ਇਹ ਜਿਹੜਾ ਉਤਾਰਾ, ਇਸ ਨਕਸ਼ਾ ਇਸ ਤਸਵੀਰ ਵਿੱਚ ਵੇਖਣ ਨੂੰ ਨਜ਼ਰ ਆਉਂਦਾ ਹੈ। ਨਿਜ ਕਰਤੇ ਬਿਰਦਾ ਕੋ ਦਈ। ਸਤਿਗੁਰਾਂ ਨੇ ਫਿਰ ਆਪ ਬਖਸ਼ਿਸ਼ ਕਰਕੇ ਆਪਣੇ ਹੱਥ ਨਾਲ ਉਸ ਤਸਵੀਰ ਨੂੰ ਉਸ ਮਾਤਾ ਜੀ ਨੂੰ ਸੌਂਪਿਆ ਹੈ। ਪਰੀ ਅਨੰਸੋ ਸੁੰਦਰ ਲਈ। ਤੇ ਮਹਾਰਾਜ ਜੀ ਕੇ ਪਵਿੱਤਰ ਹੱਥ ਤੋਂ ਬਖਸ਼ਿਸ਼ ਲੈ ਕਰਕੇ, ਉਹ ਵੀ ਮਹਾਰਾਜ ਕੇ ਸਰੂਪ ਦੀ ਬਖਸ਼ਿਸ਼। ਵੈਸੇ ਵੇਖੋ, ਜੇ ਅਸੀਂ ਇਤਿਹਾਸ ਵੇਖਾਂਗੇ ਨਾ ਤੇ ਬੜੇ ਥਾਵਾਂ ਤੇ ਮਹਾਰਾਜ ਨੇ ਸਿੱਖਾਂ ਨੂੰ ਪ੍ਰੇਮ ਵਿੱਚ ਆ ਕੇ ਬਖਸ਼ਿਸ਼ਾਂ ਦਿੱਤੀਆਂ ਨੇ, ਬਹੁਤ ਥਾਵਾਂ ਤੋਂ। ਪਰੰਤੂ ਇਹ ਸਾਨੂੰ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਵੀ ਮਹਾਰਾਜ ਨੇ ਤਸਵੀਰ ਦੀ ਵੀ ਬਖਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਜਦੋਂ ਗੁਰਦੇਵ ਤਰੁੱਠਦੇ ਸਨ ਨਾ, ਸਿੱਖ ਨੂੰ ਬਾਣੀ ਦੀ ਬਖਸ਼ਿਸ਼ ਕਰਦੇ ਸਨ, ਪੋਥੀ ਲਿਖ ਕੇ ਦੇ ਦਿੰਦੇ ਸਨ, ਸ਼ਬਦ ਦੇ ਦਿੰਦੇ ਸਨ, ਇੱਦਾਂ ਸ਼ਬਦ ਦੀ ਬਖਸ਼ਿਸ਼ ਕਰਦੇ ਸਨ। ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਸਵੀਰ ਦੀ ਬਖਸ਼ਿਸ਼, ਤੇ ਮੈਂ ਕਹਿੰਦਾ ਇਹਦੇ 'ਚ ਵੀ ਕੋਈ ਦੁਹਰਾਵਾਂ ਨਹੀਂ,
ਕਿਉਂਕਿ ਸ਼ਬਦ ਦੇਣਾ ਸਿੱਖ ਪੰਥ ਵਿੱਚ ਬੜੀ ਮਹਾਨ ਕਲਾ ਹੈ। ਸਿੱਖ ਨੂੰ ਸ਼ਬਦ ਮਿਲ ਜਾਏ, ਸਿੱਖ ਪੜ੍ਹ ਕੇ ਉਹਦੇ ਨਾਲ ਆਪਣੇ ਜੀਵਨ ਦਾ ਉਧਾਰ ਕਰ ਲੈਂਦਾ ਹੈ, ਜੀਵਨ ਸਫਲ ਹੋ ਜਾਂਦਾ ਹੈ। ਪਰੰਤੂ ਕਈ ਥਾਵਾਂ ਤੇ ਐਸਾ ਵੀ ਵੇਖਦੇ ਹਾਂ ਵੀ ਬਹੁਤੇ ਸਾਰੇ ਸਿੱਖ ਅੱਜ ਦੇ ਸਮੇਂ 'ਚ ਤਾਂ ਵੈਸੇ ਸਿੱਖ ਪੜ੍ਹਿਆ ਲਿਖਿਆ ਹੈ, ਪੁਰਾਣੇ ਸਮਿਆਂ ਦੇ ਵਿੱਚ ਵਿੱਦਿਆ ਦੀ ਬਹੁਤ ਘਾਟ ਹੁੰਦੀ ਸੀ, ਬਹੁਤ ਘਾਟ ਸੀ। ਬਹੁਤ ਕੋਈ 100 ਚੋਂ 2-4 ਮਨੁੱਖੀ ਇਉਂ ਮੰਨੀਏ ਵੀ ਜਿਹੜੇ ਵਿੱਦਿਆ ਪੜ੍ਹ ਸਕਦੇ ਸਨ, ਬਾਕੀ ਨਹੀਂ। ਤੇ ਖਾਸ ਕਰਕੇ ਇਸਤਰੀ ਉਸ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਪੜ੍ਹਨ ਦੇ ਉੱਪਰ ਵੀ ਬੜੀ ਪਾਬੰਦੀ ਸੀ, ਮਹਾਰਾਜ ਨੇ ਇਹ ਵੀ ਮੇਰਾ ਖਿਆਲ ਹੈ ਵੀ ਉਸ ਵਕਤ ਵੇਖਿਆ ਹੋਣਾ ਵੀ ਹੁਣ ਜੇ ਇੱਥੇ ਅਸੀਂ ਸ਼ਬਦ ਦੀ ਬਖਸ਼ਿਸ਼ ਕਰਦੇ ਹਾਂ, ਇੱਕ ਤੇ ਬਿਰਧ ਅਵਸਥਾ ਹੈ, ਹੁਣ ਇਸ ਅਵਸਥਾ ਦੇ ਵਿੱਚ ਇਹ ਸਭ ਕੁਝ ਬਾਣੀ ਪੜ੍ਹਨੀ, ਸ਼ਬਦ ਪੜ੍ਹਨਾ, ਗਾਉਣਾ ਔਖਾ ਹੋ ਸਕਦਾ ਹੈ। ਦੂਜੀ ਗੱਲ ਹੈ ਵੀ ਜਿੰਨੀ ਕੁ ਭਾਵਨਾ ਉਸ ਮਾਤਾ ਬਲਾਕੀ ਦਾਸ ਜੀ ਮਾਤਾ ਜੀ ਦੇ ਅੰਦਰ ਹੈ, ਹੁਣ ਜਿੰਨਾ ਸਮਾਂ ਉਹਨਾਂ ਪਾਸ ਜੀਵਨ ਦਾ ਸ਼ੇਸ਼ ਬਚਿਆ, ਇਹ ਤਾਂ ਕੇਵਲ ਤੇ ਕੇਵਲ ਇੱਦਾਂ ਹੀ ਸਫਲ ਹੋ ਸਕਦਾ ਹੈ ਕਿ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਪਾਵਨ ਮੂਰਤ ਆਪ ਆਪਣੇ ਹੱਥੀਂ ਤਿਆਰ ਕਰਕੇ ਇੱਕ ਜ਼ਰੀਆ ਬਣਾ ਦਿੱਤਾ ਕਿ ਮਾਂ ਜਿਸ ਵਕਤ ਵੀ ਆਪ ਇਸ ਤਸਵੀਰ ਦੇ ਦਰਸ਼ਨ ਕਰੋਗੇ, ਇਹਦੇ ਵਿੱਚ ਤੁਹਾਨੂੰ ਸਾਡਾ ਮੁੱਖ ਦਿਸ ਜਾਏਗਾ। ਕਿਉਂਕਿ ਗੱਲ ਤੇ ਗੁਰਮੁਖੋ ਸਾਰੀ ਭਾਵਨਾ ਦੀ ਹੈ, ਗੱਲ ਤੇ ਅੰਦਰ ਦੇ ਪ੍ਰੇਮ ਦੀ ਹੈ। ਜੇ ਪ੍ਰੇਮ ਹੈ ਨਾ ਤੇ ਉਹ ਹਰ ਮੂਰਤ ਦੇ ਵਿੱਚੋਂ ਰੱਬ ਪਰਮਾਤਮਾ ਗੁਰੂ ਦਿਸਦਾ ਹੈ। ਤੇ ਜੇ ਪ੍ਰੇਮ ਨਹੀਂ ਤੇ ਸੱਚ ਜਾਣੋ, ਜੇਕਰ ਸਰੀਰ ਵਿੱਚ ਪ੍ਰਤੱਖ ਰੂਪ ਵਿੱਚ ਆ ਕੇ ਮਹਾਰਾਜ ਸਾਹਮਣੇ ਬੈਠੇ ਹੋਣ ਤੇ ਸਿੱਖ ਕਹਿਣਗੇ ਤੇਰਾ ਸਾਡਾ ਕੀ ਵਾਸਤਾ ਹੈ। ਗੱਲ ਸਾਰੀ ਭਾਵਨਾ ਦੀ ਹੈ। ਹੁਣ ਜਿੰਨਾ ਕੁ ਪ੍ਰੇਮ ਹੈ ਨਾ ਇਸ ਮਾਂ ਦੇ ਅੰਦਰ, ਮਹਾਰਾਜ ਕਹਿਣ ਲੱਗੇ ਲੈ ਮਾਈ ਅਸੀਂ ਤੇਰੀ ਭਾਵਨਾ ਨੂੰ ਪੂਰੇ ਕਰਦੇ ਹਾਂ। ਆਪਣੇ ਹੱਥੀਂ ਆਪ ਮਹਾਰਾਜ ਨੇ ਉਹ ਤਸਵੀਰ ਮੁਕੰਮਲ ਕਰਕੇ ਚਿੱਤਰਕਾਰ ਤੋਂ ਕਲਮ ਲੈ ਕੇ ਆਪ ਬਣਾਈ, ਫਿਰ ਆਪ ਉਸ ਨੂੰ ਦੇ ਦਿੱਤੀ ਤੇ ਇਹ ਕਿਹਾ ਕਿ ਜਿਹੜਾ ਪਲੰਗ ਤੁਸੀਂ ਸਾਡੀ ਸੇਵਾ ਲਈ ਤਿਆਰ ਕਰਵਾਇਆ ਸੀ ਨਾ, ਅੱਜ ਤੋਂ ਬਾਅਦ ਉਹਦੇ ਉੱਪਰ ਇਹਨੂੰ ਸੁਸ਼ੋਭਿਤ ਕਰ ਦਿਓ। ਸਾਡਾ ਧਿਆਨ ਧਰ ਕੇ, ਸਾਡਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਧਿਆਨ ਧਰ ਕੇ ਉੱਥੇ ਬੈਠ ਕਰਕੇ ਯਾਦ ਕਰਿਓ, ਦੀਦਾਰ ਤੁਹਾਨੂੰ ਸਾਡਾ ਰੋਜ਼ ਹੋ ਜਾਏਗਾ ਜੀ। ਵਿਖਣ ਲਗੀ ਦ੍ਰਿਗ ਆਗੈ ਸੋਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਿਸ ਵਕਤ ਫਿਰ ਮਾਤਾ ਆਪਣਿਆਂ ਨੇਤਰਾਂ ਦੇ ਨਾਲ ਸਤਿਗੁਰਾਂ ਦੀ ਉਸ ਮੂਰਤ, ਉਸ ਤਸਵੀਰ ਨੂੰ ਵੇਖਣ ਲੱਗੀ ਹੈ, ਮੂਰਤ ਭਲਕ ਮਿਲੀ ਹੈ ਦੋਏ। ਤੇ ਫਿਰ ਇਦਾਂ ਹੋਇਆ ਕਿ ਜਿਸ ਵਕਤ ਮਾਤਾ ਨੇ ਉਸ ਤਸਵੀਰ ਤੇ ਝਾਤ ਮਾਰੀ, ਕੁਦਰਤੀ ਕਲਾ ਐਸੀ ਵਾਪਰੀ ਕਿ ਜਿਹੜੇ ਨੇਤਰ ਉਸ ਤਸਵੀਰ ਵਿੱਚ ਤਿਆਰ ਕੀਤੇ ਹਨ ਸਤਿਗੁਰਾਂ ਨੇ ਆਪਣੇ ਹੱਥੀਂ, ਤੇ ਇੱਧਰ ਮਾਤਾ ਦੇ ਜਿਹੜੇ ਨੇਤਰ ਹਨ ਸਰੀਰ ਕਰਕੇ ਆਪਸੀ ਏਡਾਂ ਦ੍ਰਿਸ਼ਟੀ ਮਿਲ ਗਈ। ਗੱਲ ਫਿਰ ਗੁਰਮੁਖੋ ਭਾਵਨਾ ਦੀ ਹੈ, ਪਿਆਰ ਦੀ ਹੈ। ਸੋ ਜਿਸ ਵਕਤ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਉਹ ਇਸ ਵਿਧ ਉਸ ਮਾਤਾ ਦਾ ਉਧਾਰ ਕਰ ਦਿੱਤਾ, ਉਹਨੂੰ ਆਪਣੇ ਦੀਦਾਰ ਬਖਸ਼ ਦਿੱਤੇ ਸਨ। ਪੁਨ ਦੇਖਤ ਦੋਨੋਂ ਖੁੱਲ ਗਈ। ਫਿਰ ਵਾਰ-ਵਾਰ ਮਾਤਾ ਜਿਹੜੀ ਹੈ ਨਾ ਉਸ ਤਸਵੀਰ ਵੱਲ ਵੇਖਦੀ ਹੈ, ਦੀਦਾਰ ਕਰਦੀ ਹੈ ਜੀ। ਅਦਭੁਤ ਗਤ ਤੇ ਬਿਸਮਤ ਭਈ। ਤੇ ਅੰਤਰਾਤਮੇ ਐਸੀ ਝਲਕ ਮਿਲੀ ਮਾਤਾ ਨੂੰ ਉਸ ਵਕਤ, ਅਦਭੁਤ ਗਤ ਤੇ ਬਿਸਮਤ ਪਈ। ਕਿਉਂਕਿ ਵੇਖ ਤੇ ਤਸਵੀਰ ਰਹੀ ਸੀ, ਪਰੰਤੂ ਦਿਸ ਉਸ ਨੂੰ ਸਾਖਸ਼ਾਤ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਪਾਵਨ ਮੂਰਤ ਰਹੀ ਸੀ। ਬਖਸ਼ਿਸ਼ ਮਿਲ ਗਈ ਨਾ। ਸੋ ਇਹ ਸਭ ਕੁਝ ਵੇਖ ਕਰਕੇ ਮਾਤਾ ਜੀ ਵਿਸਮਾਦਿਤ ਹੋ ਗਿਆ, ਪੂਰਨ ਆਨੰਦ ਵਿੱਚ ਟਿਕ ਗਏ ਹਨ। ਗੁਰਮੂਰਤ ਸ਼ਕਤ ਤਰੰਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦੀਦਾਰ ਦੀ ਇਹ ਸ਼ਕਤ ਕਹਿ ਲਈਏ, ਤਾਕਤ ਹੈ ਗੁਰਮੁਖੋ। ਜਿਵੇਂ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਨਾ, ਮਹਾਰਾਜ ਨੇ ਕਿਹਾ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਮੰਤਰ ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਦਾ ਧਿਆਨ ਕਰਨਾ, ਕਰਦਿਆਂ ਇੱਕ ਦਿਨ ਪ੍ਰਤੱਖ ਚੱਲ ਕੇ ਇਸ ਮਨ ਨੂੰ ਮਿਲ ਹੀ ਜਾਂਦੀ ਹੈ, ਜੇ ਕੋਈ ਸਿੱਖ ਭਾਵਨਾ ਨਾਲ ਕਰਦਾ ਰਵੇ ਤਾਂ। ਜੇ ਇਹ ਇਦਾਂ ਨਹੀਂ ਵੀ ਇੱਕ ਦਿਨ ਕਰੀਏ ਮੁੜ ਕੇ ਲੋੜ ਨਹੀਂ, ਕਰਦਿਆਂ ਗੁਰੂ ਦੀ ਮੂਰਤ ਦਾ ਧਿਆਨ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਸ਼ਬਦ ਦਾ ਧਿਆਨ ਕਰੀਏ ਤਾਂ ਵੀ ਗੁਰੂ ਦੀ ਮੂਰਤ ਦਾ ਦੀਦਾਰ ਹੋ ਜਾਂਦਾ ਹੈ। ਗੁਰ ਕੀ ਮੂਰਤ ਸ਼ਕਤ ਧਰੰਤੀ। ਗੁਰੂ ਦੀ ਪਵਿੱਤਰ ਬਖਸ਼ਿਸ਼ ਇਹ ਹੈ ਕਿ ਉਸ ਦੀ ਮੂਰਤ ਦੇ ਅੰਦਰੋਂ ਹੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਦ੍ਰਿੜ ਨਿਸ਼ਚੈ ਕੋ ਹਿਰਦੈ ਕਰੰਤੀ। ਹਾਂ, ਦ੍ਰਿੜ ਨਿਸ਼ਚੈ ਕਰਕੇ ਕੋਈ ਗੁਰਸਿੱਖ ਇਹ ਬੇਨਤੀ ਕਰੇ, ਇਹ ਯਤਨ ਕਰੇ ਕਿ ਗੁਰੂ ਦੀ ਮੂਰਤ ਦਾ ਦੀਦਾਰ ਕਰਨਾ ਹੈ, ਸੋ ਦ੍ਰਿੜ ਨਿਸ਼ਚੇ ਦੇ ਨਾਲ ਹੀ ਇਹ ਫਲ ਪ੍ਰਾਪਤ ਹੁੰਦਾ ਹੈ। ਕਰੀ ਪ੍ਰਿਅੰਕ ਸਥਾਪਨ ਰੂਰੇ। ਫਿਰ ਬਲਾਕੀ ਦਾਸ ਦੇ ਮਾਤਾ ਜੀਆਂ ਨੇ ਉਸੇ ਵਿਧ ਜਿਵੇਂ ਹੁਕਮ ਮਿਲਿਆ ਸੀ ਉਸ ਪਲੰਗ ਦੇ ਉੱਪਰ ਉਸ ਨੂੰ ਸਜਾ ਦਿੱਤਾ ਹੈ।
ਮਨੋ ਆਪ ਬੈਠੇ ਗੁਰ ਪੂਰੇ। ਤੇ ਇਉਂ ਸਮਝਦੇ ਹਨ ਭਾਵਨਾ ਕਰਕੇ ਕਿ ਜਿਵੇਂ ਪੂਰੇ ਸਤਿਗੁਰੂ ਆਪ ਇਸ ਪਲੰਗ ਤੇ ਵਿਰਾਜਮਾਨ ਹੋ ਗਿਆ, ਹੁਣ ਇੱਥੋਂ ਕਦੀ ਨਹੀਂ ਜਾਣਗੇ। ਤੇ ਸੱਚ ਹੈ ਗੁਰਮੁਖੋ, ਇਹ ਘਟਨਾ ਭਾਵੇਂ ਢਾਕੇ ਦੀ ਧਰਤੀ ਦੀ ਹੈ, ਬਹੁਤ ਸਮੇਂ ਦੀ ਹੈ, ਪਰੰਤੂ ਬਹੁਤ ਸਮੇਂ ਤੱਕ ਵਿਦਵਾਨ ਸੱਜਣੇ ਜ਼ਿਕਰ ਕਰਦੇ ਰਹੇ ਨੇ ਵੀ ਉਹ ਤਸਵੀਰ ਢਾਕੇ ਦੀ ਧਰਤੀ ਤੇ ਸਤਿਗੁਰਾਂ ਦੀ ਹੂਬਹੂ ਵਿਰਾਜਮਾਨ ਸੀ। ਸੋ ਇਸ ਵਿਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨਾ ਪੂਰਬ ਦੇਸ਼ ਦੀਆਂ ਸੰਗਤਾਂ ਨੂੰ ਆਪਣੇ ਦੀਦਾਰ ਬਖਸ਼ੇ ਸਨ। ਜਬ ਜਬ ਦਰਸ਼ਨ ਕੋ ਦਰਸਾਈ। ਜਦੋਂ ਵੀ ਮਨ ਵਿੱਚ ਕਿਤੇ ਇਹ ਹੁਲਾਰਾ ਆਉਂਦਾ ਮਹਾਰਾਜ ਕਾ ਦੀਦਾਰ ਪਾਉਣਾ ਹੈ, ਲੱਗੀ ਪਲਕ ਪੁਣ ਖੁਲਤ ਦਿਖਾਈ। ਤੇ ਜਾ ਕਰਕੇ ਉਸ ਮੂਰਤ ਵੱਲ ਵੇਖਣਾ ਤੇ ਉਹਦੇ ਵਿੱਚੋਂ ਹੀ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਾ ਦਰਸ਼ਨ ਹੋ ਜਾਣਾ। ਸੀਤਲ ਰਿਦਾ ਕਰਿਓ ਸੁਖ ਪਾਇਓ। ਇਸ ਵਿਦ ਬਹੁਤ ਆਨੰਦ ਪ੍ਰਾਪਤ ਹੋਇਆ। ਸ਼ੀਤਲ ਲਿਦੇ ਤੋਂ ਭਾਵ ਹੈ ਵਿਕਾਰਾਂ ਤੋਂ ਖਲਾਸੀ ਹੋ ਜਾਣੀ, ਅੰਤਰਾਤਮੇ ਠੰਡ ਵਰਤ ਜਾਣੀ। ਸੋ ਇਹ ਸਭ ਕਾਰਜ ਕੇਵਲ ਗੁਰੂ ਕਿਰਪਾ ਸਦਕਾ ਹੀ ਸੰਭਵ ਹੁੰਦਾ ਹੈ। ਮਾਤਾ ਜੀਆਂ ਨੇ ਅਸੀਮ ਸੁਖ ਪ੍ਰਾਪਤ ਕੀਤਾ ਹੈ। ਨਿਤ ਪ੍ਰਤ ਪੂਜਤ ਹੀ ਹੁਲਸਾਇਓ। ਫਿਰ ਜਿਵੇਂ ਹੁਕਮ ਹੋਇਆ ਸੀ ਕਿ ਨਿਤਾ ਪ੍ਰਤ ਅੰਮ੍ਰਿਤ ਵੇਲੇ ਉੱਠ ਕੇ ਸਾਡਾ ਧਿਆਨ ਕਰਿਓ, ਬਖਸ਼ਿਸ਼ ਮਿਲੇਗੀ, ਉਸੇ ਤਰ੍ਹਾਂ ਹੀ ਨੇਮ ਅਨੁਸਾਰ ਕਰਦੇ ਰਹੇ ਸਨ। ਸ਼੍ਰੀ ਸਤਿਗੁਰ ਸਭ ਤੇ ਹੋਏ ਵਿਦਾ। ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਕਿ ਸਤਿਗੁਰਾਂ ਨੇ ਫਿਰ ਵਿਦਾਈ ਲਈ ਢਾਕੇ ਦੇਸ਼ ਤੋਂ ਅੱਗੇ ਜਾ ਰਹੇ ਹਨ। ਹੁਣ ਜਾਣਗੇ ਰਾਜਾ ਬਿਸ਼ਨ ਸਿੰਘ ਦੇ ਨਾਲ ਬੰਗਾਲ ਦੇਸ਼ ਦੇ ਹੱਦ ਤੇ, ਜਿੱਥੇ ਉਹ ਉਸ ਦੇਸ਼ ਦੇ ਮੁਖੀ ਰਾਜੇ ਦੇ ਨਾਲ ਜੰਗ ਲੱਗੀ ਹੋਈ ਹੈ। ਸੋ ਇਸ ਵਿਦ ਮਹਾਰਾਜ ਨੇ ਇਸ ਧਰਤੀ ਤੋਂ ਇੱਥੋਂ ਦੀ ਸੰਗਤ ਤੋਂ ਵਿਦਿਆ ਲਈ ਹੈ। ਚਲੇ ਸਮੀਪ ਵਹੀ ਮੈਂ ਤਦਾ। ਫਿਰ ਮਹਾਰਾਜ ਇਸ ਵਿਦ ਉਸ ਰਾਜੇ ਬਿਸ਼ਨ ਸਿੰਘ ਦੇ ਨਾਲ ਤੁਰ ਪਏ ਸਨ। ਸੰਗਤ ਬ੍ਰਿੰਦ ਮਸੰਦ ਆਨੰਦੇ। ਬਹੁਤ ਸਾਰੀਆਂ ਸਿੱਖ ਸੰਗਤਾਂ, ਬਹੁਤ ਸਾਰੇ ਪੂਰਬ ਦੇਸ਼ ਦੇ ਜਿਹੜੇ ਮਸੰਦ ਹਨ ਮਹਾਰਾਜ ਜੀ ਕੇ ਸਾਥ ਹੀ ਇਹ ਸਥਾਨ ਤੋਂ ਰਵਾਨਾ ਹੋਏ। ਕੇਤਕ ਦੂਰ ਸੰਗ ਕੇ ਪਗ ਬੰਦੇ। ਤੇ ਕੁਝ ਦੂਰੀ ਤੱਕ, ਜਿਵੇਂ ਆਪਾਂ ਕਹਿ ਲਈਏ ਵਿਦਾ ਕਰਨ ਦੇ ਲਈ ਆਪਾਂ ਥੋੜਾ ਦੂਰ ਨਾਲ ਚੱਲਦੇ ਆ ਨਾ, ਜਿੰਨੀ ਕੁ ਮਹੱਤਵਤਾ ਕਿਸੇ ਪ੍ਰਾਹੁਣੇ ਨੂੰ ਦੇਣੀ ਹੁੰਦੀ ਆ, ਆਪਾਂ ਉੱਥੋਂ ਤੱਕ ਉਹਦੇ ਨਾਲ ਉੱਠ ਕੇ ਤੁਰਦੇ ਆ। ਸੋ ਇਹ ਪੂਰੇ ਸਤਿਗੁਰੂ ਪਹੁੰਚੇ ਨੇ ਤੇ ਕਈ ਵਾਰ ਸੰਗਤਾਂ ਨਾਲ 4-4 ਕੋ ਵੀ ਪੈਦਲ ਚੱਲਦੀਆਂ ਸਨ। ਇਹ ਸਾਨੂੰ ਇਤਿਹਾਸ 'ਚ ਮਿਲਦਾ ਹੈ। ਸੋ ਕੁਝ ਦੂਰੀ ਤੱਕ ਇੱਦਾਂ ਬਹੁਤ ਸਾਰੀ ਸੰਗਤ ਮਹਾਰਾਜ ਜੀ ਦੇ ਨਾਲ ਹੀ ਗਈ ਹੈ। ਸਭ ਕੋ ਦਿਓ ਹਟਾਏ ਪਿਛਾਰੀ। ਫਿਰ ਮਹਾਰਾਜ ਨੇ ਸੰਗਤ ਨੂੰ ਹੁਕਮ ਕੀਤਾ ਕਿ ਭਾਈ ਵੇਖੋ ਸਾਡਾ ਸਫ਼ਰ ਲੰਬੇਰਾ ਹੈ, ਆਪ ਹੁਣ ਇੱਥੋਂ ਵਾਪਸ ਚਲੇ ਜਾਓ। ਚਲੇ ਗੁਰੂ ਸਿਵ ਕਾ ਅਸਵਾਰੀ। ਮਹਾਰਾਜ ਆਪਣੀ ਪਾਲਕੀ ਤੇ ਸਵਾਰ ਹੋ ਕਰਕੇ ਢਾਕੇ ਦੇਸ਼ ਤੋਂ ਅਗਲੇ ਪੜਾਵਾਂ ਦੇ ਲਈ, ਅਗਲੇ ਥਾਵਾਂ ਦੇ ਲਈ ਰਵਾਨਾ ਹੋ ਗਏ ਸਨ। ਰਾਜਾ ਸੁਣ ਆਗੇ ਚੱਲ ਆਵਾਂ। ਤੇ ਜਿਹੜਾ ਰਾਜਾ ਬਿਸ਼ਨ ਸਿੰਘ ਸੀ, ਜਿਹਦੇ ਨਾਲ ਇਹ ਕਾਮਰੂ ਦੇਸ਼ ਦੀ ਜੰਗ ਫਤਿਹ ਕਰਨੀ ਹੈ ਮਹਾਰਾਜ ਕੇ ਸੰਗ ਜਿਸਨੇ, ਸੋ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਭਾਉ ਸਹਿਤ ਅੱਗੇ ਆਪਣੀ ਸਵਾਰੀ ਲੈ ਕਰਕੇ ਘੋੜੇ ਤੇ ਚੜ੍ਹ ਕੇ ਚੱਲਦਾ ਹੈ। ਦੇਖਤ ਪਦ ਪਰ ਸੀਸ ਝੁਕਾਵਾਂ। ਮਹਾਰਾਜ ਜੀ ਕੇ ਦੀਦਾਰ ਪਾਏ ਹਨ ਅੱਗੋਂ ਦੀ ਆ ਕਰਕੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ, ਚਰਨਾਂ ਤੇ ਸੀਸ ਰੱਖਦਾ ਹੈ। ਲਿਆਏ ਸਿਵਰ ਮੈਂ ਗੁਰੂ ਉਤਾਰੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਆਪਣੇ ਸ਼ਿਵਰ ਅੰਦਰ ਲੈ ਆਇਆ, ਜਿਸ ਥਾਂ ਤੇ ਰਾਜਾ ਬਿਸ਼ਨ ਸਿੰਘ ਤੇ ਉਹਦੀ ਫੌਜ ਬੈਠੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਢਾਕੇ ਤੋਂ ਫਿਰ ਇਹ ਰਾਜਾ ਬਿਸ਼ਨ ਸਿੰਘ ਉਸ ਸਥਾਨ ਤੇ ਲੈ ਆਇਆ ਹੈ। ਕਵੀ ਸੰਤੋਖ ਸਿੰਘ ਹੋਏ ਬਲਹਾਰੇ। ਤੇ ਇੱਥੇ ਇਸ ਅਧਿਆਏ ਦੀ ਸਮਾਪਤੀ ਕਰਦੇ ਹੋਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਐਸੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਤੋਂ ਅਸੀਂ ਸਦੀਵ ਸਦਕੇ ਹਾਂ, ਬਲਿਹਾਰ ਹਾਂ। ਕਿਉਂਕਿ ਮਹਾਰਾਜ ਕੀ ਬਖਸ਼ਿਸ਼ ਹੀ ਐਸੀ, ਗਰੀਬ ਨਵਾਜੀ ਐਸੀ ਕਰਦੇ ਨੇ, ਜਦੋਂ ਵੀ ਕਿਸੇ ਨੂੰ ਨਿਵਾਜਦੇ ਨੇ ਉਹਦੀ ਕੋਈ ਕਮੀ ਨਹੀਂ ਰਹਿਣ ਦਿੰਦੇ, ਉਹਦੇ ਭੰਡਾਰ ਭਰ ਦਿੰਦੇ ਨੇ, ਖਜ਼ਾਨੇ ਭਰ ਦਿੰਦੇ ਨੇ। ਅਸੀਂ ਪਵਿੱਤਰ ਬਾਣੀ ਦੇ ਬੋਲ ਪੜ੍ਹਦੇ ਹੀ ਰਹਿੰਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸੋ ਇਸ ਵਿਦ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਵ ਸੰਤੋਖ ਸਿੰਘ ਹੋਏ ਬਲਿਹਾਰੇ, ਅਸੀਂ ਮਹਾਰਾਜ ਜੀਆਂ ਤੋਂ ਸਦਕੇ ਹਾਂ, ਬਲਿਹਾਰ ਹਾਂ, ਜਿਨ੍ਹਾਂ ਨੇ ਇਸ ਵਿਦ ਬਖਸ਼ਿਸ਼ ਕੀਤੀ ਹੈ। ਇੱਥੇ 12ਵੀਂ ਰਾਸ ਦੇ 5ਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ। ਇਸ ਤੋਂ ਅੱਗੇ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਰਾਜਾ ਬਿਸ਼ਨ ਸਿੰਘ ਦੇ ਨਾਲ ਬੰਗਾਲ ਦੇਸ਼ ਦੀ ਮੁਹਿੰਮ ਤੇ ਜਾ ਰਹੇ ਨੇ, ਕਿਉਂਕਿ ਉੱਥੇ ਬੜੇ ਹੀ ਜਾਦੂਗਰ ਲੋਕ ਰਹਿੰਦੇ ਨੇ, ਜਿੱਥੇ ਕੋਈ ਰਾਜਾ ਜਿੱਤ ਨਹੀਂ ਸਕਿਆ।
ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਕੇ ਚਰਨਾਂ ਦੀ ਓਟ ਲੈ ਕੇ ਤੁਰਿਆ ਮੁਹਿੰਮ ਫਤਿਹ ਕਰਨ ਦੇ ਲਈ। ਸੋ ਜਿਵੇਂ ਅਗਲਾ ਪ੍ਰਸੰਗ ਆਵੇਗਾ ਯਤਨ ਕਰਾਂਗੇ ਵਿਸਤਾਰ ਸਹਿਤ ਇਹਨਾਂ ਸਮਿਆਂ ਦੌਰਾਨ ਸਾਰੀ ਵਿਥਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦੀ। ਅੱਜ ਇਤਨੀਆਂ ਬਿਨਤੀਆਂ ਪ੍ਰਵਾਨ ਕਰਿਓ। ਗੁਰੂ ਇਤਿਹਾਸ ਵਾਚਦਿਆਂ ਬੇਅੰਤਰਾਂ ਦੀਆਂ ਹੋਈਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣ। ਆਓ ਸਮਾਂ ਹੋ ਚੁੱਕਾ ਗੁਰਬਾਣੀ ਦੀ ਕੀਰਤਨ ਸਰਵਣ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਈਏ। ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।